ਸਿੱਧੂ ਹੁਣੀ ਕਹਿੰਦੇ ਕੰਮ ਬਹੁਤ ਕੀਤੇ ਆ, ਕਹਿੰਦੇ ਮੈਂ ਮੋਹਾਲੀ ਵਾਸਤੇ। ਔਰ ਦੂਸਰੇ ਬੰਨੇ ਕੁਲਵੰਤ ਸਿੰਘ ਹੁਣੀ ਨੇ, ਦੋ ਵੱਡੇ ਚਿਹਰੇ ਨੇ ਕਿਹਾ ਜਾ ਸਕਦਾ। ਉਹਨਾਂ ਨੂੰ ਕਿਵੇਂ ਤੁਸੀਂ ਟੱਕਰਾ ਕਰੋਗੇ? ਕੁਲਵੰਤ ਸਿੰਘ ਹੁਣੀ ਨੇ ਆਮ ਆਦਮੀ ਪਾਰਟੀ ਦੇ, ਉਹ ਬੜੇ ਕੌਨਫੀਡੈਂਟ। ਉਹ ਕਹਿੰਦੇ ਕਿ ਭਗਵੰਤ ਮਾਨ ਸੀਐਮ ਬਣਨ ਜਾ ਰਹੇ ਨੇ ਔਰ ਮੋਹਾਲੀ ਤੋਂ ਕੁਲਵੰਤ ਸਿੰਘ ਚੋਣ ਜਿੱਤ ਰਹੇ, ਦਾਅਵਾ ਕਰ ਰਹੇ ਠੋਕ ਵਜਾ। ਜਦੋਂ ਰਾਜਾ ਵਪਾਰੀ ਬਣ ਜੇ ਨਾ ਫਿਰ ਉਹ ਤੋਂ ਇਨਸਾਫ ਨਹੀਂ ਮਿਲਦਾ, ਫਿਰ ਪਲਾਟ ਮਿਲਦੇ ਹੁੰਦੇ। ਸੋ ਮੈਂ ਵਪਾਰੀ ਨਹੀਂ ਹੈਗਾ, ਮੈਂ ਲੋਕਾਂ ਦਾ ਸੇਵਾਦਾਰ ਹਾਂ। ਫਿਰ ਇਹਨਾਂ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਰਹੇ ਉਹ ਇਲਜ਼ਾਮ ਲਾਇਆ ਉਹਨਾਂ ਨੇ, ਇਹਨਾਂ ਨੇ ਪੈਸੇ ਦੇ ਕੇ ਟਿਕਟਾਂ ਲਈਆਂ। ਠੀਕ ਹੈ ਨਾ, ਇਹ ਇਲਜ਼ਾਮ ਲੱਗੇ ਕਿਤੇ ਨਾ ਕਿਤੇ। ਦੇਖੋ ਜੇ ਅੱਗ ਲੱਗਦੀ ਹੈ ਧੂੰਆਂ ਤਾਂ ਉੱਠਦਾ ਨਾ। ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਕਈ ਲੋਕਾਂ ਨੇ ਇਲਜ਼ਾਮ ਵੀ ਲਾਏ ਮੋਹਾਲੀ ਦੀ ਟਿਕਟ ਨੂੰ ਲੈ ਕੇ ਵੀ। ਉਹ ਕਹਿੰਦੇ ਕਿ ਸਬੂਤ ਲਿਆਉਂਦਾ ਨਹੀਂ ਕੋਈ, ਕਹਿੰਦੇ ਗੱਲਾਂ ਹੀ ਨਿਕਲ ਕੇ ਆ ਰਹੀਆਂ ਨੇ। ਦੇਖੋ ਜਿੰਨਾ ਸਕ੍ਰੈਪ ਮਾਲ ਸੀਗਾ ਨਾ ਦੋਨੇ ਪਾਰਟੀਆਂ ਦਾ, ਉਹ ਇਹਨਾਂ ਕੋਲ ਚਲੇ ਗਏ। ਸਵਾਲ ਵੀ ਪੁੱਛਦੇ ਤੁਹਾਨੂੰ ਜਦੋਂ ਜਾਂਦੇ ਹੋ ਲੋਕਾਂ ਦੇ ਵਿੱਚ? ਦੇਖੋ ਸਵਾਲ ਤਾਂ ਉਹਨੂੰ ਪੁੱਛਣਗੇ ਨਾ ਜੇ ਕੋਈ ਬਾਹਰੋਂ ਆਇਆ ਹੋਵੇ ਜਾਂ ਜਿਹਨੇ ਕੰਮ ਨਾ ਕਰਿਆ ਹੋਵੇ। ਅਸੀਂ ਤਾਂ ਰਹੀ ਲੋਕਾਂ 'ਚ। ਬਹੁਤ ਪਿਆਰ ਆ ਤੁਹਾਡਾ। ਉਹ ਤਾਂ ਫਿਰ ਹੈਗਾ ਹੀ ਹੈ ਜੀ। ਮੰਤਰੀ ਸਾਹਿਬ ਨੇ ਸ਼ੁਰੂ ਤੋਂ ਹੀ ਰੱਖਿਆ, ਪਰਚੇ ਵੀ ਕਰਾਏ ਮੇਰੇ ਤੇ। ਠੀਕ ਹੈ ਨਾ, ਅਸੀਂ ਲੜਾਈ ਵੀ ਲੜੀ ਫਿਰ ਪੂਰੀ ਕੱਢ ਕੇ। ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਕੇ ਜਾ ਰਹੇ ਹੋ ਭਾਈ? ਲੋਕ ਪਰਵਿੰਦਰ ਸਿੰਘ ਸੁਹਾਣਾ ਨੂੰ ਵੋਟ ਕਿਉਂ ਪਾਉਣਗੇ? ਤੁਸੀਂ ਕਿਸਾਨਾਂ ਲਈ ਵੀ ਮੋਰਚਾ ਚਲਾਇਆ, ਪੁਆਧੀ ਕਿਸਾਨ ਮੋਰਚਾ। ਤੁਹਾਨੂੰ ਕੀ ਲੱਗਦਾ ਕਿਸਾਨਾਂ ਦੀ ਵੀ ਪਾਰਟੀ ਸਾਹਮਣੇ ਆ ਔਰ ਉਹਨਾਂ ਦੇ ਵੀ ਕੈਂਡੀਡੇਟ ਆ, ਤੁਹਾਡੇ ਵੱਲ ਜਾਣਗੇ ਉਹ ਜਾਂ ਕਿਸਾਨਾਂ ਦੀ ਪਾਰਟੀ ਵੱਲ ਜਾਣਗੇ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਸੀ ਉਸ ਸਮੇਂ ਮੋਰਚੇ ਸਮੇਂ? ਮੈਂ ਮੋਹਾਲੀ ਦਾ ਲੋਕਲ ਹਾਂ। ਜਿਹੜੇ ਦੂਜੇ ਸਾਡੇ ਭਰਾ ਕਿਸਾਨਾਂ ਵਜੋਂ ਖੜੇ ਹੋਏ ਆ ਉਹ ਇੱਥੋਂ ਦੇ ਰਹਿਣ ਵਾਲੇ ਨਹੀਂ ਹੈਗੇ। ਜ਼ਿਕਰ ਕੀਤਾ ਚੈਲੰਜ ਕੀ ਨੇ ਤੁਹਾਡੇ ਸਾਹਮਣੇ? ਕਿਹੜੇ ਕਿਹੜੇ ਚੈਲੰਜ ਤੁਹਾਨੂੰ ਤੁਸੀਂ ਮੰਨਦੇ ਹੋ ਕਿ ਭਾਈ ਆਹ ਚੈਲੰਜ ਸਾਹਮਣੇ ਆ ਰਿਹਾ? ਤੁਸੀਂ ਇਹ ਦੱਸੋ, ਅਕਾਲੀ ਦਲ ਨੇ ਪਰਵਿੰਦਰ ਸਿੰਘ ਸੁਹਾਣਾ ਨੂੰ ਕੀ ਦੇਖ ਕੇ ਟਿਕਟ ਦਿੱਤੀ ਹੈ, ਕਿਉਂ ਚੁਣਿਆ? ਦੇਖੋ ਅਕਾਲੀ ਦਲ ਨੇ ਜੇ ਟਿਕਟ ਦਈ ਹੈ ਉਹ ਮੈਰਿਟ ਕੇ ਆਧਾਰ ਪਰ ਦਈ ਹੈ। ਕਿਹੜਾ ਵਾਅਦਾ ਕਰੋਗੇ ਕਿ ਪੁਆਧੀਆਂ ਲਈ ਕਿਹੜੇ ਕਿਹੜੇ ਕੰਮ ਮੇਨ ਤੁਸੀਂ ਸੋਚ ਕੇ ਰੱਖਿਆ? ਔਰ ਪੁਆਧੀ ਬੋਲੀ ਵਾਸਤੇ ਕੀ ਕਰੋਗੇ ਜੇ ਤੁਸੀਂ ਸੱਤਾ ਦੇ ਵਿੱਚ ਆਉਂਦੇ ਹੋ? ਤਾਂ ਕਰੋਗੇ ਕੋਈ ਵਾਅਦਾ, ਔਰ ਵਾਅਦਾ ਪੱਕਾ ਕਰਿਓ, ਜੇ ਨਹੀਂ ਤਾਂ ਅਸੀਂ ਕੱਢ ਕੇ ਫਿਰ ਤੁਹਾਡੀ ਰਿਕਾਰਡਿੰਗ ਚਲਾ ਦੇਣੀ ਵੀ ਭਾਈ ਆਹ ਵਾਅਦਾ ਤਾਂ ਤੁਹਾਡਾ ਸੀਗਾ। ਮੈਂ ਥਾਰਾ ਤੁਮ ਮਾਰੇ, ਠੀਕ ਹੈ, ਮਾਰਾ ਇੱਕ ਇਲਾਕਾ ਹੈ, ਬੱਟ ਬੰਨੇ ਕੀ ਸਾਂਝ ਆਪਸ ਵਿੱਚ। ਠੀਕ ਹੈ, ਇਸ ਤਰ੍ਹਾਂ ਇਹ ਸਾਡੀ ਬੋਲੀ ਜਿਹੜੀ ਪੁਆਧੀ ਹੈ। ਵੀ ਜਿਹੜੇ ਤਾਂ ਕਿਸਾਨ ਆਗੂ ਸੀਗੇ ਉਹ ਤਾਂ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਏ। ਦੋ 2022 ਦੀਆਂ ਵਿਧਾਨ ਸਭਾ ਚੋਣਾਂ ਦਿਨ ਨਜ਼ਦੀਕ ਆ ਰਹੇ ਨੇ ਔਰ ਸਾਰੀਆਂ ਹੀ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਹੈ ਔਰ ਦਾਅਵਾ ਸਾਰੀਆਂ ਪਾਰਟੀਆਂ ਵੱਲੋਂ ਹੀ ਕੀਤਾ ਜਾ ਰਿਹਾ। ਉਮੀਦਵਾਰ ਵੀ ਕੋਸ਼ਿਸ਼ ਕਰ ਰਹੇ ਨੇ ਕਿ ਵੱਧ ਤੋਂ ਵੱਧ ਘਰਾਂ ਤੱਕ ਅਪਰੋਚ ਕੀਤੀ ਜਾ ਸਕੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਸਾਡੇ ਨਾਲ ਜੋੜਿਆ ਜਾ ਸਕੇ। ਮੋਹਾਲੀ ਦੇ ਵਿੱਚ ਅਸੀਂ ਔਰ ਅਕਾਲੀ ਦਲ ਦੇ ਉਮੀਦਵਾਰ ਪਰਵਿੰਦਰ ਸਿੰਘ ਸੁਹਾਣਾ ਸਾਡੇ ਨਾਲ ਨੇ ਔਰ ਕੈਂਪੇਨ ਕਰਕੇ ਆਏ ਨੇ, ਘਰ ਪਹੁੰਚੇ ਨੇ, ਤਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸੁਹਾਣਾ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਤੇ ਤੁਹਾਡੇ ਸਾਰੇ ਦਰਸ਼ਕਾਂ ਦਾ, ਜਿਹੜਾ ਤੁਸੀਂ ਸਮਾਂ ਕੱਢ ਕੇ ਮੇਰੇ ਵਿਚਾਰ ਸੁਣ ਲਈ ਇੱਥੇ ਆਏ ਹੋ। ਕਿਸ ਤਰ੍ਹਾਂ ਕੈਂਪੇਨਿੰਗ ਚੱਲ ਰਹੀ ਹੈ? ਸਵਾਲ ਤਾਂ ਪਹਿਲਾਂ ਇਹੀ ਹੈ ਕਿਉਂਕਿ ਅੱਜ ਕੱਲ੍ਹ ਤਾਂ ਸ਼ੈਡਿਊਲ ਬਹੁਤ ਬਿਜ਼ੀ ਚੱਲ ਰਹੇ ਔਰ ਕੌਣ ਜਾ ਰਿਹਾ ਕੈਂਪੇਨਿੰਗ ਦੇ ਵਿੱਚ? ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ? ਕਿਹੜੀਆਂ ਕਿਹੜੀਆਂ ਚੀਜ਼ਾਂ ਲੈ ਕੇ ਜਾ ਰਹੇ ਹੋ ਭਾਈ? ਲੋਕ ਪਰਵਿੰਦਰ ਸਿੰਘ ਸੁਹਾਣਾ ਨੂੰ ਵੋਟ ਕਿਉਂ ਪਾਉਣਗੇ? ਦੇਖੋ ਅੱਜ ਮੋਹਾਲੀ ਜਿਹੜਾ ਸ਼ਹਿਰ ਹੈ ਇਹ ਪੰਜਾਬ ਦੀ ਰਾਜਧਾਨੀ ਦੇ ਨਾਲ ਮਿੰਨੀ ਰਾਜਧਾਨੀ ਕਹੂੰਗਾ ਮੈਂ ਤਾਂ ਮੋਹਾਲੀ ਨੂੰ। ਮਿੰਨੀ ਰਾਜਧਾਨੀ ਦੇ ਵਿੱਚ ਅੱਜ ਤੱਕ, ਕਿਉਂਕਿ ਸਾਡੇ ਕਈ ਸਾਲਾਂ ਤੋਂ ਪਿਛਲੇ 3 ਟਰਮਾਂ ਤੋਂ ਬਲਬੀਰ ਸਿੰਘ ਸਿੱਧੂ ਇੱਥੋਂ MLA ਜਿੱਤਦੇ ਆ ਰਹੇ, ਫਿਰ ਉਹ ਹੈਲਥ ਮਿਨਿਸਟਰ ਬਣੇ, ਪਰ ਜੋ ਵਾਅਦੇ ਉਹਨਾਂ ਨੇ ਕੀਤੇ ਸੀਗੇ ਮੋਹਾਲੀ ਸ਼ਹਿਰ ਨਾਲ, ਮੋਹਾਲੀ ਦੇ ਪਿੰਡਾਂ ਦੇ ਨਾਲ, ਇੱਕ ਵੀ ਵਾਅਦਾ ਬਲਬੀਰ ਸਿੰਘ ਸਿੱਧੂ ਨੇ ਪੂਰਾ ਨਹੀਂ ਕੀਤਾ। ਵਾਅਦਾ ਖਿਲਾਫੀ ਇੱਥੋਂ ਦੇ ਲੋਕਾਂ ਦੇ ਨਾਲ ਕੀਤੀ ਹੈ, ਜਿਸ ਦਾ ਜਵਾਬ ਅੱਜ ਪੰਜਾਬ ਦੇ ਲੋਕ ਤਾਂ ਮੰਗੀ ਰਹੇ ਹੈ ਤੇ ਅੱਜ ਮੋਹਾਲੀ ਸ਼ਹਿਰ ਦੇ ਲੋਕ, ਮੋਹਾਲੀ ਦੇ ਪਿੰਡਾਂ ਦੇ ਲੋਕ ਇਹਨਾਂ ਤੋਂ ਵਾਅਦਾ ਖਿਲਾਫੀ ਦਾ ਅੱਜ ਜਵਾਬ ਮੰਗ ਰਹੇ ਹੈ ਕਿ ਤੁਸੀਂ ਦੱਸੋ ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਕੰਮ ਕਿਉਂ ਨਹੀਂ ਕੀਤੇ? ਤੁਸੀਂ ਕਿਹੜੀਆਂ ਲੋਕਾਂ ਵੋਟਰਾਂ ਦੇ ਵਿੱਚ ਜਾ ਰਹੇ ਹੋ ਤਾਂ ਕਿਹੜੀਆਂ ਚੀਜ਼ਾਂ ਗਿਣਾ ਰਹੇ ਹੋ ਭਾਈ? ਮੈਂ ਸਵਾਲ ਮੇਰਾ ਇਹ ਸੀ ਕਿ ਪਰਵਿੰਦਰ ਸਿੰਘ ਸੁਹਾਣਾ ਨੂੰ ਲੋਕ ਕਿਉਂ ਵੋਟ ਪਾਉਣਗੇ, ਕਿਉਂ ਚੁਣਨ ਤੁਹਾਨੂੰ? 10 ਸਾਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਤਾਂ ਵੱਡੇ ਪੱਧਰ ਤੇ ਵਿਕਾਸ ਹੋਇਆ ਇਸ ਸ਼ਹਿਰ ਦਾ। ਇੰਟਰਨੈਸ਼ਨਲ ਏਅਰਪੋਰਟ ਤੋਂ ਲੈ ਕੇ
ਆਈਟੀ ਕੰਪਨੀਆਂ ਬਹੁਤ ਆਈਆਂ ਇੱਥੇ, ਆਈਟੀ ਹੱਬ ਵਜੋਂ ਵਿਕਸਿਤ ਕਰਨ ਦੀ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸੋਚ ਸੀਗੀ। ਤੇ ਉਸ ਤੋਂ ਬਾਅਦ ਜਿੰਨੀ ਵੀ ਡਿਵੈਲਪਮੈਂਟ ਹੋਈ, ਭਾਵੇਂ ਏਸੀ ਬੱਸ ਸਟੈਂਡ ਬਣਿਆ, 8 ਇੰਡੋਰ ਸਟੇਡੀਅਮ ਬਣੇ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਬਣੀ, ਮਾਈ ਭਾਗੋ ਇੰਸਟੀਚਿਊਟ ਬਣਿਆ। ਇਹ ਸਾਰੀਆਂ, ਇਹ ਮੈਂ ਤੁਹਾਨੂੰ ਉਹ ਗੱਲਾਂ ਦੱਸ ਰਿਹਾ ਵੀ ਜਿਹੜੀਆਂ ਅੱਜ ਵਰਲਡ ਲੈਵਲ ਤੇ ਮੋਹਾਲੀ ਦੇ ਵਿੱਚ ਆਈਆਂ, ਇਹ ਸਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸੋਚ ਸਦਕਾ ਤੇ ਉਹਨਾਂ ਦੀ ਮਿਹਨਤ ਸਦਕਾ ਆਈ। ਇਹਨੇ 4.5 ਸਾਲ ਜਿਹੜੇ ਕੈਪਟਨ ਸਾਹਿਬ ਤੇ ਉਹ ਤਾਂ ਮਹਿਲਾਂ ਚੋਂ ਨਹੀਂ ਨਿਕਲੇ, ਔਰ ਸਿੱਧੂ ਸਾਹਿਬ ਆਪਣੇ ਪੈਸੇ ਕਮਾਉਣ 'ਚ ਵਿਅਸਤ ਰਹੇ, ਉਹਨਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ ਹਲਕੇ ਵੱਲ। ਤੇ ਹਲਕੇ ਦੇ ਲੋਕ ਅੱਜ ਬਿਲਕੁਲ ਇੱਕ ਪਾਸੜ ਇਹ ਮਨ ਬਣਾਈ ਬੈਠੇ ਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ ਔਰ ਪਰਮਿੰਦਰ ਸਿੰਘ ਸਾਡਾ ਇੱਥੋਂ ਜਿੱਤ ਕੇ ਨੁਮਾਇੰਦਾ ਜਾਵੇ। ਤੁਸੀਂ ਕਿਸਾਨਾਂ ਲਈ ਵੀ ਮੋਰਚਾ ਚਲਾਇਆ, ਪੁਆਧੀ ਕਿਸਾਨ ਮੋਰਚਾ, ਤੁਹਾਨੂੰ ਕੀ ਲੱਗਦਾ ਕਿਸਾਨਾਂ ਦੀ ਵੀ ਪਾਰਟੀ, ਕਿਸਾਨਾਂ ਦੀ ਪਾਰਟੀ ਸਾਹਮਣੇ ਆ ਔਰ ਉਹਨਾਂ ਦੇ ਵੀ ਕੈਂਡੀਡੇਟ ਆ, ਤੁਹਾਡੇ ਵੱਲ ਜਾਣਗੇ ਉਹ ਜਾਂ ਕਿਸਾਨਾਂ ਦੀ ਪਾਰਟੀ ਵੱਲ ਜਾਣਗੇ ਜਿਹੜੇ ਲੋਕ ਤੁਹਾਡੇ ਨਾਲ ਤੁਰੇ ਸੀ ਉਸ ਸਮੇਂ ਮੋਰਚੇ ਸਮੇਂ? ਦੇਖੋ, ਮੈਂ ਇੱਥੋਂ ਦਾ ਜੰਪਲ ਹੈ ਔਰ ਜਦੋਂ ਵੀ ਕੋਈ ਲੜਾਈ ਲੜੀ ਇੱਥੋਂ ਦੇ ਅਸੀਂ ਇਕੱਠੇ ਹੋ ਕੇ ਕਿਸਾਨ ਮੋਰਚਾ ਬਣਾ ਕੇ, ਪੁਆਧੀ ਕਿਸਾਨ ਮੋਰਚਾ ਬਣਾ ਕੇ, ਇਹ ਅਸੀਂ ਇੱਕ ਜਿਹੜੀ ਮੂਵਮੈਂਟ ਚੱਲ ਰਹੀ ਸੀਗੀ ਸਾਡੀ ਦਿੱਲੀ ਦੇ ਵਿੱਚ, ਉਹਨੂੰ ਹੁਲਾਰਾ ਦੇਣ ਦੇ ਲਈ ਅਸੀਂ ਇਹ ਕੰਮ ਸ਼ੁਰੂ ਕੀਤਾ ਸੀਗਾ। ਔਰ ਉਹਦੇ ਵਿੱਚ ਬਹੁਤ ਵੱਡਾ ਹੁੰਗਾਰਾ ਇੱਥੋਂ ਦੇ ਸਾਰੇ ਮੋਹਾਲੀ ਹਲਕੇ ਦੇ ਜਿੰਨੇ ਵੀ ਪਿੰਡ ਹੈ ਜਾਂ ਸ਼ਹਿਰ ਹੈ ਉੱਥੋਂ ਮਿਲਿਆ। ਔਰ ਅੱਜ ਉਹ ਲੋਕ, ਕਿਉਂਕਿ ਮੈਂ ਮੋਹਾਲੀ ਦਾ ਲੋਕਲ ਹੈ, ਜਿਹੜੇ ਦੂਜੇ ਸਾਡੇ ਭਰਾ ਕਿਸਾਨਾਂ ਵਜੋਂ ਖੜੇ ਹੋਏ ਆ ਉਹ ਇੱਥੋਂ ਦੇ ਰਹਿਣ ਵਾਲੇ ਨਹੀਂ ਹੈਗੇ। ਸੋ ਉਸ ਕਾਰਨ ਬਹੁਤ ਵੱਡਾ ਹੁਲਾਰਾ ਮੈਨੂੰ ਅੱਜ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ, ਇੱਕ ਆਮ ਘਰ ਚੋਂ ਜ਼ਿਮੀਂਦਾਰਾ ਪਰਿਵਾਰ ਚੋਂ ਉੱਠ ਕੇ ਅੱਜ ਇਹ ਚੋਣ ਲੜ ਰਿਹਾ, ਮੈਨੂੰ ਮਾਣ ਪ੍ਰਾਪਤ ਹੈ। ਤੇ ਅੱਜ ਲੋਕ ਉਸ ਗੱਲ ਦੀ, ਲੋਕਾਂ 'ਚ ਇਹ ਗੱਲ ਵੀ ਚੱਲ ਰਹੀ ਹੈ ਕਿ ਦੋ ਧਨਾਡਾਂ ਦੇ ਮੁਕਾਬਲੇ ਇੱਕ ਆਮ ਘਰ ਦਾ ਮੁੰਡਾ ਲੜ ਰਿਹਾ। ਤੇ ਉਹ ਮੇਰੀ ਅੱਜ ਪੂਰੀ ਡਟ ਕੇ ਹਰੇਕ ਮੇਰਾ ਬੱਚਾ, ਭਰਾ, ਭੈਣ, ਬਜ਼ੁਰਗ ਸਾਰੇ ਆਪ ਮੁਹਾਰੇ ਮੇਰੀ ਚੋਣ ਨੂੰ ਆਪ ਹੁਲਾਰਾ ਦੇ ਨੇ। ਵੀ ਤੁਸੀਂ ਜ਼ਿਕਰ ਕੀਤਾ, ਚੈਲੰਜ ਕੀ ਨੇ ਤੁਹਾਡੇ ਸਾਹਮਣੇ, ਕਿਹੜੇ ਚੈਲੰਜ ਤੁਹਾਨੂੰ ਤੁਸੀਂ ਮੰਨਦੇ ਹੋ ਕਿ ਭਾਈ ਆਹ ਚੈਲੰਜ ਸਾਹਮਣੇ ਆ ਰਹੇ ਨੇ? ਦੇਖੋ, ਕਿਹੜਾ ਬੰਨ ਮਾਰੂ ਵਗਦੇ ਦਰਿਆਵਾਂ ਨੂੰ। ਹੁਣ ਜਦੋਂ ਆਵਾਜ਼ ਬਣ ਗਈ, ਇੱਕ ਲਹਿਰ ਬਣ ਗਈ, ਤੇ ਅੱਜ ਲੋਕਾਂ ਦੇ ਵਿੱਚ ਜਿੱਦਾਂ ਮਾਹੌਲ ਚੱਲ ਰਿਹਾ ਵੀ ਸਾਡਾ ਬੇਟਾ ਜਿਹੜਾ ਉਹ ਨੇਤਾ ਨਹੀਂ ਹੈ, ਬੇਟਾ, ਇਹ ਗੱਲ ਅੱਜ ਸਲੋਗਨ ਲੋਕ ਮੋਹਾਲੀ ਦੇ ਪਿੰਡਾਂ ਦੇ ਰਹੇ ਹਨ ਔਰ ਸ਼ਹਿਰ 'ਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ, ਕਿਉਂਕਿ 20-22 ਦਿਨ ਹੋਏ ਆ ਸਾਨੂੰ ਅੱਜ ਚੋਣ ਪ੍ਰਚਾਰ ਕਰਦਿਆਂ ਨੂੰ। ਔਰ 20-22 ਦਿਨ 'ਚ ਤੁਸੀਂ ਇਹ ਦੇਖੋ ਵੀ ਅੱਜ ਮੈਂ ਪਹਿਲੇ ਨੰਬਰ ਤੇ ਚੱਲ ਰਿਹਾ ਇੱਥੇ। ਬਾਕੀ ਤੁਹਾਡੇ ਆਉਣ ਵਾਲੇ ਦਿਨਾਂ 'ਚ ਜਿਉਂ-ਜਿਉਂ ਦਿਨ ਅੱਗੇ ਆ ਰਹੇ ਅਸੀਂ ਉਹ ਚੋਣ ਪ੍ਰਚਾਰ 'ਚ ਹੋਰ ਆਪਣੀ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹ ਦੂਰ ਕਰਕੇ ਹੋਰ ਬੜੇ ਵਧੀਆ ਤਰੀਕੇ ਨਾਲ ਇਹ ਚੋਣ ਯਾਨੀ ਕਿ ਪ੍ਰਚਾਰ ਸਾਡਾ ਚੱਲ ਰਿਹਾ ਔਰ ਲੋਕਾਂ ਦਾ ਹੁੰਗਾਰਾ ਆਸ ਨਾਲੋਂ ਕਿਤੇ ਜ਼ਿਆਦਾ ਮਿਲ ਰਿਹਾ। ਬਲਵੀਰ ਸਿੰਘ ਸਿੱਧੂ ਹੁਣੀ ਕਹਿੰਦੇ ਕੰਮ ਬਹੁਤ ਕੀਤੇ ਆ, ਕਹਿੰਦੇ ਮੈਂ ਮੋਹਾਲੀ ਵਾਸਤੇ, ਔਰ ਦੂਸਰੇ ਬੰਨੇ ਕੁਲਵੰਤ ਸਿੰਘ ਹੁਣੀ ਨੇ, ਦੋ ਵੱਡੇ ਚਿਹਰੇ ਨੇ ਕਿਹਾ ਜਾ ਸਕਦਾ, ਉਹਨਾਂ ਨੂੰ ਕਿਵੇਂ ਤੁਸੀਂ ਟੱਕਰਾ ਕਰੋਗੇ, ਕਿਸ ਤਰੀਕੇ ਦੇ ਨਾਲ ਇਹ ਕੈਂਪੇਨਿੰਗ ਕਿਵੇਂ ਕਰ ਰਹੇ ਹੋ? ਫਿਰ ਦੇਖੋ, ਬਲਵੀਰ ਸਿੰਘ ਸਿੱਧੂ ਨੂੰ ਪਰਖ ਲਿਆ ਲੋਕਾਂ ਨੇ, ਉਹਨੂੰ 3 ਮੌਕੇ ਦਿੱਤੇ ਤੇ 5 ਦਫਾ ਉਹਨੇ ਚੋਣ ਲੜੀ ਹੈ, 2 ਵਾਰੀ ਹਾਰਿਆ। 5 ਦਫਾ ਵੋਟਾਂ ਲੈ ਕੇ ਇਸ ਹਲਕੇ ਦੇ ਲੋਕਾਂ ਨੇ ਇੱਕ ਵਾਰੀ ਉਹਨੂੰ ਵੋਟ ਜ਼ਰੂਰ ਪਾਈ ਹੋਊਗੀ, ਕਿਉਂ ਜਿਨ੍ਹਾਂ ਨੇ 97 'ਚ ਨਹੀਂ ਪਾਈ 2002 'ਚ ਪਾ ਲਈ ਹੋ। ਪਰ ਐਤਕੀ ਬਲਵੀਰ ਸਿੰਘ ਸਿੱਧੂ ਦਾ ਹਾਲ 1997 ਵਾਲਾ ਹੋਣਾ, ਉਸ ਸਮੇਂ ਉਹਦੀ ਜ਼ਮਾਨਤ ਜ਼ਬਤ ਹੋਈ ਸੀਗੀ, ਹੁਣ ਜ਼ਮਾਨਤ ਜ਼ਬਤ ਹੋਊ ਬਲਵੀਰ ਸਿੰਘ ਸਿੱਧੂ ਦੀ। ਕਹਿੰਦੇ ਮੈਂ ਕੰਮ ਹੀ ਬਹੁਤ ਕੀਤੇ ਆ, ਕਹਿੰਦੇ ਮੈਂ ਸਿਹਤ ਮੰਤਰੀ ਸੀ, ਘਰ ਕੋਵਿਡ ਦੌਰਾਨ ਰਾਸ਼ਨ ਪਹੁੰਚਾਇਆ, ਬਹੁਤ ਸਾਰੇ ਕੰਮ ਕਰੇ, ਕੋਈ ਕੰਮ ਰਹਿਣ ਨਹੀਂ ਦਿੱਤਾ ਮੋਹਾਲੀ ਦਾ। ਤਾਂ ਕਹਿੰਦੇ ਜਦੋਂ ਕੋਵਿਡ ਹੋਇਆ ਨਾ, ਮੰਤਰੀ ਸਾਹਿਬ ਨੇ ਬਾਹਰ ਇੱਕ ਲਿਖ ਕੇ ਲਾਤਾ ਸੀਗਾ ਵੀ ਕਰੋਨਾ ਕਾਰਨ ਮੰਤਰੀ ਸਾਹਿਬ ਨੂੰ ਮਿਲਣਾ 30 ਦਿਨਾਂ ਲਈ ਬੰਦ ਹੈ ਨਾ ਜੀ। ਉਹ ਉਹਨਾਂ ਦੀ ਕੋਠੀ ਦੇ ਬਾਹਰ ਅੱਜ ਉਹ ਸਟੇਟਸ ਪਾ ਰਹੇ ਆ ਲੋਕ, ਅੱਜ ਫੇਸਬੁੱਕ ਤੇ ਉਹਨੂੰ ਚਲਾ ਰਹੇ, ਠੀਕ ਹੈ ਨਾ। ਹੁਣ ਲੋਕ ਮੰਗ ਰਹੇ ਆ ਜਵਾਬ। ਜਦੋਂ ਮੰਤਰੀ ਸਾਹਿਬ ਕਰੋਨਾ ਹੋਇਆ ਸੀਗਾ, ਸ਼ਾਇਦ ਮੰਤਰੀ ਸਾਹਿਬ ਨੂੰ ਪਤਾ ਨਹੀਂ, ਇਹ ਇੱਥੇ ਨਾ ਸ਼ਾਮਲਾਤਾਂ ਤੇ ਕਬਜ਼ੇ ਕਰ ਰਹੇ ਸੀ, ਉਹਨਾਂ ਦੇ ਤਬਾਦਲੇ ਕਰਵਾ ਰਹੇ ਸੀ ਉਹਨਾਂ ਤਰੀਕਾਂ ਦੇ ਵਿੱਚ, ਇਹ ਔਨ ਰਿਕਾਰਡ ਹੈ। ਮੰਤਰੀ ਸਾਹਿਬ ਉਸ ਸਮੇਂ ਨਾ ਆਪਣੇ ਜਿਹੜੀਆਂ ਜ਼ਮੀਨਾਂ ਕਦੇ ਡੈਡੀ ਕਦੇ ਬਣਾਉਂਗੀ, ਕਦੀ ਉਹਦੇ ਜਿਹੜੀਆਂ ਮਲਕੀਤ ਸੀਗੀਆਂ ਉਹ ਤਬਦੀਲ ਹੋ ਰਹੀਆਂ ਸੀਗੀਆਂ ਉਸ ਸਮੇਂ, ਉਹਨਾਂ ਡੇਟਾਂ 'ਚ ਹੋਈਆਂ ਜਦੋਂ ਲੋਕ ਤਰਾ ਕਰ ਰਹੇ ਸੀਗੇ। ਔਰ ਜੇ ਇੰਨਾ ਹੀ ਵਿਕਾਸ ਕਰਿਆ ਤਾਂ ਫਿਰ ਮੰਤਰੀ ਸਾਹਿਬ ਫੋਰਟਿਸ ਹਸਪੀਟਲ ਕਿਉਂ ਗਏ ਸੀਗੇ ਇਲਾਜ ਕਰਾਉਣ? ਮੰਤਰੀ ਸਾਹਿਬ ਫਿਰ ਕਿਸੇ ਸਰਕਾਰੀ ਹਸਪੀਟਲ 'ਚ ਇਲਾਜ ਕਰਾਉਂਦੇ ਨਾ, ਫੋਰਟਿਸ ਕਿਉਂ ਗਏ? ਦੂਸਰੇ ਬੰਨੇ ਕੁਲਵੰਤ ਸਿੰਘ ਹੁਣੀ ਨੇ ਆਮ ਆਦਮੀ ਪਾਰਟੀ ਦੇ, ਉਹ ਬੜੇ ਕੌਨਫੀਡੈਂਟ, ਉਹ ਕਹਿੰਦੇ ਕਿ ਭਗਵੰਤ ਮਾਨ ਸੀਐਮ ਬਣਨ ਜਾ ਰਹੇ ਨੇ ਔਰ ਮੋਹਾਲੀ ਤੋਂ ਕੁਲਵੰਤ ਸਿੰਘ ਚੋਣ ਜਿੱਤ ਰਹੇ, ਦਾਅਵਾ ਕਰ ਰਹੇ ਠੋਕ ਵਜਾ ਕੇ। ਦੇਖੋ, ਕੁਲਵੰਤ ਸਿੰਘ ਜੀ ਬੜੇ ਓਵਰ ਕੌਨਫੀਡੈਂਟ ਹੁੰਦੇ ਆ ਹਰੇਕ ਗੱਲ 'ਚ। ਪਹਿਲਾਂ ਐਮਸੀ ਚੋਣਾਂ 'ਚ ਵੀ ਬਹੁਤ ਓਵਰ ਕੌਨਫੀਡੈਂਟ ਸੀਗੇ ਉਹ ਵੀ ਜੀ ਮੈਂ ਜਿੱਤੇ ਹੀ ਪਿਆ, ਸਾਨੂੰ ਇੰਨੀਆਂ ਸੀਟਾਂ ਆ ਜਾਣਗੀਆਂ, ਠੀਕ ਹੈ ਨਾ। ਦੇਖੋ, ਭਗਵੰਤ ਮਾਨ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਮੁਕਾਬਲਾ ਹੀ ਨਹੀਂ ਕੋਈ, ਕੁਲਵੰਤ ਸਿੰਘ ਨਾਲ ਪਰਮਿੰਦਰ ਸਿੰਘ ਦਾ ਮੁਕਾਬਲਾ ਹੀ ਨਹੀਂ ਕੋਈ। ਕਿਉਂ? ਦੇਖੋ, ਲੋਕ ਅੱਜ ਜਾਣਦੇ ਆ ਜਦੋਂ ਰਾਜਾ ਵਪਾਰੀ ਬਣ ਜੇ ਨਾ, ਫਿਰ ਉਹ ਤੋਂ ਇਨਸਾਫ ਨਹੀਂ ਮਿਲਦਾ, ਫਿਰ ਪਲਾਟ ਮਿਲਦੇ ਹੁੰਦੇ ਆ। ਸੋ ਮੈਂ ਵਪਾਰੀ ਨਹੀਂ ਹੈਗਾ,
ਮੈਂ ਲੋਕਾਂ ਦਾ ਸੇਵਾਦਾਰ ਹਾਂ, ਮੈਂ ਬਿਲਡਰ ਨਹੀਂ ਹੈਗਾ, ਮੈਂ ਲੋਕਾਂ ਦਾ ਸੇਵਾਦਾਰ ਹਾਂ। ਔਰ ਲੋਕਾਂ ਦਾ ਸੇਵਾਦਾਰ ਬਣ ਕੇ, ਇੱਕ ਬੱਚਾ ਬਣ ਕੇ, ਇੱਕ ਛੋਟਾ ਭਰਾ ਬਣ ਕੇ ਇਸ ਹਲਕੇ 'ਚ ਲੰਮੇ ਸਮੇਂ ਤੋਂ ਭਾਵੇਂ ਸਰਪੰਚੀ, ਕੌਂਸਲਰ, ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਉਹ ਲੜਦਾ ਆਇਆ ਔਰ ਜਿੱਤਦਾ ਆਇਆ। ਔਰ ਇਹ ਵੀ ਚੋਣ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤਾਂ ਵੱਡੇ ਮਾਰਜਨ ਨਾਲ ਜਿੱਤਾਂਗੇ। ਤੁਸੀਂ ਕਹਿ ਰਹੇ ਹੋ ਕਿ ਵੱਡੇ ਧਨਾੜਾਂ ਦਾ ਤੁਸੀਂ ਜ਼ਿਕਰ ਕਰਿਆ, ਹੁਣ ਕੁਲਵੰਤ ਸਿੰਘ ਹੁਣਾਂ ਦਾ, ਫਿਰ ਤੁਸੀਂ ਉਹੀ ਗੱਲ ਕਹਿ ਰਹੇ ਹੋ ਕਿ ਪਹਿਲਾਂ ਵੀ ਕੌਨਫੀਡੈਂਟ ਨਜ਼ਰ ਆ ਰਹੇ ਸੀਗੇ, ਪਰ ਲਗਾਤਾਰ ਲੋਕਾਂ ਦੇ ਵਿੱਚ ਉਹ ਕਹਿੰਦੇ ਅਸੀਂ ਵਿਚਰ ਰਹੇ ਹਾਂ ਔਰ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ, ਪੋਜ਼ਿਟਿਵ ਰਿਸਪਾਂਸ ਮਿਲ ਰਿਹਾ, ਕਹਿੰਦੇ ਕੋਈ ਸਾਡੇ ਮੁਕਾਬਲੇ 'ਚ ਹੀ ਹੈ ਨਹੀਂ, ਇਹ ਵੀ ਗੱਲ ਦਾ ਦਾਅਵਾ ਕਰਦੇ ਆ। ਦੇਖੋ ਇਹ ਤਾਂ ਹੁਣ 20 ਤਰੀਕ ਨੂੰ ਲੋਕਾਂ ਨੇ ਦੱਸ ਦੇਣਾ ਵੀ ਕੌਣ ਮੁਕਾਬਲੇ 'ਚ ਹੈ ਕੌਣ ਨਹੀਂ, ਠੀਕ ਹੈ ਨਾ। ਬਾਕੀ ਇਹ ਵੀ ਓਵਰ ਕੌਨਫੀਡੈਂਟ ਤਾਂ ਮੈਂ ਤੁਹਾਨੂੰ ਪਹਿਲਾਂ ਦੱਸਤਾ ਵੀ ਹਟਵੇਂ ਹੁੰਨੇ ਆ ਉਹ ਵੀ, ਪਰ ਇਹ ਲੋਕ ਇਹ ਚਾਹੁੰਦੇ ਆ ਵੀ ਦੇਖੋ ਕਿਹੜਾ ਸਾਨੂੰ ਵੀ 24 ਘੰਟੇ ਮਿਲ ਸਕਦਾ, ਕਿਹੜਾ ਲੀਡਰ ਕਿਹੜਾ ਕੰਮ ਕਰਾ ਸਕਦਾ। ਕੁਲਵੰਤ ਸਿੰਘ ਕੋਲ ਤਾਂ ਟਾਈਮ ਹੀ ਨਹੀਂ ਹੈਗਾ, ਉਹ ਕਿੱਦਾਂ ਲੋਕਾਂ ਦੀ ਸੇਵਾ ਕਰਨਗੇ। ਅੱਜ ਲੋਕ ਕਹਿ ਰਹੇ ਆ, ਮੈਂ ਨਹੀਂ ਕਹਿ ਰਿਹਾ ਇਹ। ਫਿਰ ਇਹਨਾਂ ਦੀ ਪਾਰਟੀ ਦੇ ਜਿਹੜੇ ਪ੍ਰਧਾਨ ਰਹੇ ਉਹ ਇਲਜ਼ਾਮ ਲਾਏ ਉਹਨਾਂ ਨੇ ਵੀ ਇਹਨਾਂ ਨੇ ਪੈਸੇ ਦੇ ਕੇ ਟਿਕਟਾਂ ਲਈਆਂ, ਠੀਕ ਹੈ ਨਾ। ਇਹ ਇਲਜ਼ਾਮ ਲੱਗੇ ਕਿਤੇ ਨਾ ਕਿਤੇ। ਦੇਖੋ ਜੇ ਅੱਗ ਲੱਗਦੀ ਹੈ ਧੂੰਆਂ ਤਾਂ ਉੱਠਦਾ ਨਾ। ਟਿਕਟਾਂ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਕਈ ਲੋਕਾਂ ਨੇ ਇਲਜ਼ਾਮ ਵੀ ਲਾਏ ਮੋਹਾਲੀ ਦੀ ਟਿਕਟ ਨੂੰ ਲੈ ਕੇ ਵੀ, ਉਹ ਕਹਿੰਦੇ ਕਿ ਸਬੂਤ ਲਿਆਉਂਦਾ ਨਹੀਂ ਕੋਈ, ਕਹਿੰਦੇ ਗੱਲਾਂ ਹੀ ਨਿਕਲ ਕੇ ਆ ਰਹੀਆਂ ਨੇ। ਦੇਖੋ ਜਿੰਨਾ ਸਕ੍ਰੈਪ ਮਾਲ ਸੀਗਾ ਨਾ ਦੋਨੇ ਪਾਰਟੀਆਂ ਦਾ, ਉਹ ਇਹਨਾਂ ਕੋਲ ਚਲੇ ਗਿਆ, ਠੀਕ ਹੈ ਨਾ। ਇਹ ਰਿਹਾ, ਹੋਰ ਕੁਝ ਨਹੀਂ। ਉਹ ਕੋਈ ਐਡੀ ਗੱਲ ਨਹੀਂ ਹੈਗੀ। ਔਰ ਤੁਸੀਂ ਦੇਖਿਓ ਜਿਵੇਂ ਮਾਹੌਲ ਚੱਲ ਰਿਹਾ, ਸ਼੍ਰੋਮਣੀ ਅਕਾਲੀ ਦਲ ਐਤਕੀ ਇਤਿਹਾਸ ਦੁਹਰਾਏਗਾ ਔਰ ਐਨ ਵਧੀਆ ਸਰਕਾਰ, ਵਧੀਆ ਮਾਰਜਨ ਨਾਲ ਸਰਕਾਰ ਆਏਗੀ ਪੰਜਾਬ ਦੀ। ਬੜੇ ਕੌਨਫੀਡੈਂਟ ਹੋ ਤੁਸੀਂ? ਬਿਲਕੁਲ ਕੌਨਫੀਡੈਂਟ ਹੈ ਜੀ, 100% ਕੌਨਫੀਡੈਂਟ ਹੈ। ਔਰ ਇੱਥੋਂ ਮੋਹਾਲੀ ਸ਼ਹਿਰ ਦੀ, ਕਿਉਂਕਿ ਪਤਾ ਲੋਕਾਂ ਨੂੰ, ਪਿੰਡਾਂ ਨੂੰ, ਲੋਕਾਂ ਨੂੰ ਪਤਾ ਵੀ ਕੌਣ ਡਿਵੈਲਪਮੈਂਟ ਕਰਾ ਸਕਦਾ, ਕੌਣ ਸਹੀ ਸੇਧ ਦੇ ਸਕਦਾ, ਕੌਣ ਸਾਡੇ ਜਿਹੜੇ ਕੰਮ ਹੈ ਉਹ ਕਰਾ ਸਕਦਾ। ਸੋ ਅੱਜ ਜਿਹੜੀਆਂ 10 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਕੀਤਾ, ਜੋ ਉਸ ਸਮੇਂ ਲੋਕਾਂ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਔਰ ਵਾਹਦ ਇੱਕੋ ਪਾਰਟੀ, ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। 100 ਸਾਲ ਪੁਰਾਣਾ ਸਾਡਾ ਇਤਿਹਾਸ ਹੈ ਅਤੇ ਲੋਕ ਉਹ ਕੀਤੇ ਹੋਏ ਕੰਮਾਂ ਨੂੰ ਅੱਜ ਲੋਕ ਯਾਦ ਕਰ ਰਹੇ ਹੈ ਔਰ ਉਸ ਕੰਮਾਂ ਦੇ ਕਾਰਨ ਹੀ ਅੱਜ ਅਸੀਂ ਲੋਕਾਂ ਦੀ ਕਚਹਿਰੀ 'ਚ ਜਾ ਰਹੇ ਹਾਂ। ਸਵਾਲ ਵੀ ਪੁੱਛਦੇ ਤੁਹਾਨੂੰ ਜਦੋਂ ਜਾਂਦੇ ਹੋ ਲੋਕਾਂ ਦੇ ਵਿੱਚ? ਕੋਈ ਸਵਾਲ ਨਹੀਂ ਪੁੱਛਿਆ ਜੀ ਅਜੇ ਤੱਕ ਕਿਸੇ ਨੇ। ਦੇਖੋ ਸਵਾਲ ਤਾਂ ਉਹਨੂੰ ਪੁੱਛਣਗੇ ਨਾ ਜੇ ਕੋਈ ਬਾਹਰੋਂ ਆਇਆ ਹੋਵੇ ਜਾਂ ਜਿਹਨੇ ਕੰਮ ਨਾ ਕਰਿਆ ਹੋਵੇ। ਅਸੀਂ ਤਾਂ ਰਹੀ ਲੋਕਾਂ 'ਚ। 33 ਪਿੰਡ ਦਾ ਮੇਰੇ ਕੋਲ ਉਦੋਂ ਸੀਗੇ ਜਦੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿੱਤਿਆ। 33 ਪਿੰਡ ਤਾਂ ਉਹੀ ਹੋ ਗਏ। ਉਸ ਤੋਂ ਬਾਅਦ ਮੋਹਾਲੀ ਸ਼ਹਿਰ 'ਚੋਂ ਮੈਂ ਕੌਂਸਲਰ ਰਿਹਾ, ਹੁਣ ਮੇਰੇ ਧਰਮ ਪਤਨੀ ਕੌਂਸਲਰ ਹੈ, ਠੀਕ ਹੈ ਨਾ। ਜਿਹੜਾ ਲੋਕਾਂ 'ਚ ਪਹਿਲੀ ਵਾਰੀ ਜਾਵੇ ਜਾਂ ਲੋਕਾਂ ਦੇ ਕੰਮ ਨਾ ਆਵੇ, ਫਿਰ ਉਹਨੂੰ ਲੋਕ ਸਵਾਲ ਕਰਦੇ ਆ। ਅਸੀਂ ਤਾਂ ਲੋਕਾਂ 'ਚ ਰਹਿ ਰਹੇ ਹਾਂ। ਸਵਾਲ ਤਾਂ ਕਰਨਗੇ ਨਾ ਵੀ ਜੇ ਅਸੀਂ ਲੋਕਾਂ ਦੇ ਕੰਮ ਨਾ ਆਏ ਹੋਈਏ। ਜਿੰਨੇ ਜੋਗੇ ਹੈਗੇ ਆ ਉਹ 24 ਘੰਟੇ ਹਾਜ਼ਰ ਹੈ। ਤੁਸੀਂ ਗੱਲ ਕਹੀ ਪਹਿਲਾਂ ਵੀ, ਮੈਂ ਦੂਸਰੀ ਵਾਰ ਫਿਰ ਉਹੀ ਚੀਜ਼ ਦੁਹਰਾ ਰਿਹਾ ਵੀ ਪੁੱਛਣਾ ਕਿ ਤੁਹਾਡੇ ਲਈ ਟਫ ਹੈ ਜਾਂ ਠੀਕ ਹੈ? ਮਤਲਬ ਜਿੱਦਾਂ ਕੰਪੀਟੀਸ਼ਨ ਚੱਲ ਰਿਹਾ, ਤੁਸੀਂ ਕਹਿ ਰਹੇ ਸੀ ਕਿ ਧਨਾੜ ਵਰਸਸ ਧਨਾੜ ਹੋ ਜਾਂਦਾ, ਤਾਂ ਕਹਿੰਦੇ ਮੈਂ ਤਾਂ ਆਮ ਘਰ ਦਾ ਮੁੰਡਾ ਹਾਂ। ਕਿੰਨਾ ਕਿ ਟਫ ਹੁੰਦਾ? ਮੈਂ ਪਿਛਲੇ ਦਿਨ ਇੱਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਉਹਨਾਂ ਦਾ ਇੰਟਰਵਿਊ ਕਰ ਰਿਹਾ ਸੀਗਾ, ਉਹ ਕਹਿੰਦੇ ਕਿ ਕੋਈ ਟਫ ਨਹੀਂ, ਕਹਿੰਦੇ ਪੈਸਾ ਲਾਉਣ ਵਾਲੇ ਪੈਸਾ ਖਰਚ ਹੀ ਜਾਂਦੇ ਆ, ਸਾਡੇ ਲਈ ਤਾਂ ਸਾਡੀ ਵੇਵ ਬਣੀ ਹੋਈ ਹੈ, ਇਹ ਗੱਲ ਕਹਿੰਦੇ ਹੋ। ਦੇਖੋ ਲੜਾਈ ਨੂੰ ਕਦੇ ਵੀ ਲਾਈਟਲੀ ਨਹੀਂ ਲੈਣਾ ਚਾਹੀਦਾ। ਅਸੀਂ ਇਹ ਲੜਾਈ ਜਿੱਤਣੀ ਹੈ। ਪੈਸੇ ਨਾਲ ਲੜਾਈਆਂ ਨਹੀਂ ਜਿੱਤੀਆਂ ਜਾਂਦੀਆਂ, ਲੜਾਈਆਂ ਜਿਗਰੇ ਨਾਲ ਔਰ ਲੋਕਾਂ ਦੇ ਪਿਆਰ ਔਰ ਸਹਿਯੋਗ ਨਾਲ ਲੜੀਆਂ ਜਾਂਦੀਆਂ। ਅੱਜ ਮੈਨੂੰ ਮਾਣ ਹੈ ਆਪਣੇ ਇਸ ਹਲਕੇ ਦੇ ਕਿ 1997 ਤੋਂ ਬਾਅਦ ਪਹਿਲੀ ਵਾਰੀ ਇੱਕ ਚਿਹਰਾ ਆਇਆ ਜਿਹੜਾ ਲੋਕਲ ਹੈ, ਠੀਕ ਹੈ ਨਾ। ਉਸ ਗੱਲ ਦੀ ਅੱਜ ਲੋਕਾਂ ਦੇ ਵਿੱਚ ਬੜੀ ਖੁਸ਼ੀ ਹੈ। ਜਿੱਥੇ ਮੈਂ ਜਾਂਦਾ ਉੱਥੇ ਢੋਲ ਵੱਜ ਰਹੇ ਹੈ ਔਰ ਕਿਤੇ ਲੱਡੂਆਂ 'ਚ ਤੋੜ ਰਹੇ ਹੈ, ਕਿਤੇ ਫੁੱਲਾਂ ਦੀ ਵਰਖਾ ਕਰ ਰਹੇ ਹੈ, ਠੀਕ ਹੈ। ਇੰਨਾ ਪਿਆਰ, ਉਮੀਦ ਨਾਲੋਂ ਜ਼ਿਆਦਾ ਪਿਆਰ ਮੈਨੂੰ ਮੇਰੇ ਹਲਕੇ ਦੇ ਲੋਕ, ਔਰ ਮੈਂ ਹਲਕੇ ਦੇ ਲੋਕਾਂ ਦਾ ਕਦੇ ਦੇਣਾ ਨਹੀਂ ਦੇ ਸਕਦਾ ਜਿਹੜੇ ਇੰਨਾ ਪਿਆਰ ਦੇ ਰਹੇ। ਤੁਸੀਂ ਵਾਰ-ਵਾਰ ਜ਼ਿਕਰ ਕਰਦੇ ਹੋ ਕਿ ਬਾਹਰੀ ਲੋਕ ਨੇ, ਤੁਸੀਂ ਇੱਥੋਂ ਦੇ ਜੰਪਾਲੋਂ, ਇੱਥੋਂ ਦੇ ਰਹਿਣ ਵਾਲੇ, ਤੁਸੀਂ ਉਹ ਵੀ ਇਹੀ ਦਾਅਵਾ ਕਰਦੇ, ਬਾਕੀ ਦੇ ਵੀ ਉਹ ਕਹਿੰਦੇ ਅਸੀਂ ਤਾਂ ਇੱਥੋਂ ਦੇ ਰਹਿਣ ਵਾਲੇ, ਕਹਿੰਦੇ ਇੰਨੀ ਵਾਰ ਜਿੱਤ ਲਏ, ਇੰਨੀ ਵਾਰ ਲੋਕਾਂ ਦੀ ਸੇਵਾ ਕੀਤੀ ਹੈ। ਇਸ ਚੀਜ਼ ਦਾ ਜਵਾਬ ਕੀ ਹੈ ਪਰਵਿੰਦਰ ਸਿੰਘ ਸੁਹਾਣਾ ਕੋਲ? ਦੇਖੋ ਉਹਨਾਂ ਨੂੰ ਪਰਖ ਲਿਆ ਨਾ, ਸੇਵਾ ਦੇ ਕੇ ਦੇਖ ਲਈ 15 ਸਾਲ। ਫਿਰ ਜੇ ਇੱਥੋਂ ਦੇ ਵਸਿੰਦੇ ਹੁੰਦੇ ਫਿਰ ਉਹ ਇੱਥੇ ਭੂ ਮਾਫੀਆ ਦਾ ਕੰਮ ਨਾ ਕਰਦੇ, ਠੀਕ ਹੈ ਨਾ। ਇਹ ਸਾਡਾ ਘੁਲਣ ਦਾ ਖਾੜਾ ਕਦੇ ਵੀ ਬੰਦੇ ਨੂੰ ਗੰਦਾ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇੱਥੇ ਵਪਾਰ ਬਣਾਤਾ ਇਹਨੂੰ, ਰਾਜਨੀਤੀ ਨੂੰ। ਵਪਾਰੀ ਇੱਥੇ ਆ ਗਏ, ਇੱਥੇ ਅੱਜ ਸ਼ਾਮਲਾਤਾਂ ਤੇ ਕਬਜ਼ੇ ਹੋਏ। ਜੇ ਮੈਂ ਇਸ ਇਲਾਕੇ 'ਚ ਕੋਈ ਗਲਤ ਕੰਮ ਕਰੂੰਗਾ ਤਾਂ ਮੈਂ 100 ਵਾਰੀ ਸੋਚੂੰਗਾ ਵੀ ਯਾਰ ਮੈਂ ਇਸ ਇਲਾਕੇ ਦਾ ਰਹਿਣ ਵਾਲਾ, ਇਹ ਮੇਰੇ ਬਜ਼ੁਰਗ ਹੈ, ਮੇਰਾ ਚਾਚਾ ਹੈ, ਮੇਰਾ ਤਾਇਆ ਹੈ, ਮੇਰੀ ਭੂਆ ਹੈ ਨਾ। ਉਹਨਾਂ ਨੇ ਸੋਚਿਆ ਹੀ ਕੁਛ ਨਹੀਂ, ਠੀਕ ਹੈ ਨਾ। ਇਸ ਕਾਰਨ ਵੀ
ਜਿਹਨੂੰ ਪਿਆਰ ਹੁੰਦਾ ਆਪਣੇ ਇਲਾਕੇ ਨਾਲ, ਜੇ ਉਹ ਇੱਥੋਂ ਦਾ ਸਮਝਦੇ ਆ ਆਪਣੇ ਆਪ ਨੂੰ, ਤਾਂ ਇਹੋ ਜਿਹੇ ਦਰਿੰਦੇ ਕੰਮ ਨਾ ਕਰਦੇ। ਮੈਨੂੰ ਇਹ ਦੱਸੋ, ਤੁਹਾਡੇ ਸਾਥੀ ਦੱਸ ਰਹੇ ਸੀ ਕਿ ਪੁਆਧੀ ਨੂੰ ਲੈ ਕੇ ਤੁਸੀਂ ਕੰਮਕਾਜ ਕਰਦੇ ਰਹੇ ਹੋ ਔਰ ਪੁਆਧੀ ਬੋਲੀ ਨੂੰ ਲੈ ਕੇ ਪਿਛਲੇ ਦਿਨੀ ਮੈਂ 1-2 ਇੰਟਰਵਿਊ ਵੀ ਕੀਤੇ। ਉਹ ਕਹਿੰਦੇ ਕਿ ਪੁਆਧੀ ਤਾਂ ਇੱਥੋਂ ਲੁਪਤ ਹੁੰਦੀ ਜਾ ਰਹੀ, ਗਾਇਬ ਹੁੰਦੀ ਜਾ ਰਹੀ ਹੈ ਪੁਆਧੀ, ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਚੰਡੀਗੜ੍ਹ ਦੇ ਨੇੜੇ ਤੇੜੇ ਵਸੇ ਹੋਏ ਪਿੰਡ ਸੀ, ਉਹ ਲੋਕ ਜਿਹੜਾ ਤੁਸੀਂ ਕੰਮ ਕੀਤਾ ਉਹ ਲੋਕ ਉਸ ਚੀਜ਼ ਨੂੰ ਯਾਦ ਰੱਖਣਗੇ, ਲੱਗਦਾ ਤੁਹਾਨੂੰ ਉਸ ਚੀਜ਼? ਬਿਲਕੁਲ ਰੱਖਣਗੇ ਜੀ। ਕਿ ਪੁਆਧੀ ਦੇਖੋ, ਇੱਕ ਜਿਹੜਾ ਬੰਦਾ ਆਪਣੀ ਮਾਂ ਨੂੰ ਭੁੱਲ ਜੇ ਉਹ ਇਨਸਾਨ ਨਹੀਂ ਹੁੰਦਾ। ਇਹ ਸਾਡੀ ਪੁਆਧੀ ਸਾਡੀ ਮਾਂ ਹੈ, ਸਾਡੀ ਮਾਂ ਬੋਲੀ ਹੈ, ਠੀਕ ਹੈ ਨਾ। ਬਾਕੀ ਠੀਕ ਹੈ, ਅਸੀਂ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਦੇ ਹਾਂ ਤੇ ਸਾਰੇ ਮਜ਼ਹਬ ਦਾ ਸਤਿਕਾਰ ਕਰਦੇ ਹਾਂ, ਪਰ ਜਿਹੜੀ ਸਾਡੀ ਪੁਆਧੀ ਬੋਲੀ ਹੈ ਤਾਂ ਇਹ ਪੁਆਧੀ ਬੋਲੀ ਨੂੰ ਅਸੀਂ ਆਪਣੀ ਮਾਂ ਬੋਲੀ ਵਜੋਂ, ਜਦੋਂ ਸਾਡੀ ਪੁਆਂਚ ਗੱਲ ਹੁੰਦੀ ਹੈ ਉਦੋਂ ਪੁਆਧੀਆਂ ਦੀ ਗੱਲ ਹੁੰਦੀ ਹੈ, ਪੁਆਂਚ ਜਾਂਦੇ ਹਾਂ ਜਿੱਥੇ। ਫਿਰ ਉੱਥੇ ਜੇ ਅਸੀਂ ਦੂਜੀ ਭਾਸ਼ਾ 'ਚ ਗੱਲ ਕਰ ਲਈਏ, ਮਾਝੇ ਵਾਲੇ 'ਚ ਕਰ ਲਈਏ, ਮਲਵਈ 'ਚ ਕਰ ਲਈਏ, ਫਿਰ ਉਹ ਸਾਡੇ ਇੱਕ ਦੂਜੇ ਨੂੰ ਮਖੌਲ ਕਰਦੇ ਆ ਵੀ ਯਾਰ ਇਹ ਪਤਾ ਨਹੀਂ ਕਿੱਥੋਂ। ਪੁਆਧੀ ਚ ਬੋਲ ਕੇ ਕੋਈ 2-4 ਚੀਜ਼ਾਂ ਕੀ ਕਹਿਣਾ ਕੀ ਚਾਹੁੰਦੇ ਹੋ, ਕੀ ਕਿਹੜੀਆਂ ਗੱਲਾਂ ਕਨਵੇ ਕਰਨਾ ਚਾਹੁੰਦੇ ਹੋ, ਜਾਂ ਕਿਹੜੀਆਂ ਗੱਲਾਂ ਲੈ ਕੇ ਲੋਕਾਂ 'ਚ ਜਾਂਦੇ ਹੋ, ਉਹ ਜ਼ਰੂਰ ਮੈਂ ਚਾਹੁੰਦਾ ਕਿ ਪੁਆਧੀ ਚ ਬੋਲ ਕੇ ਸੁਣਾਓ। ਮੈਂ ਦੇਖੋ ਜੀ, ਮੈਂ ਪਹਿਲੀ ਗੱਲ ਤਾਂ ਇਹੀ ਕਹਿਣਾ ਜਾ ਕੇ ਵੀ ਭਰਾਵੋ, ਮੈਂ ਥਾਰਾ ਥਵੇ ਮਾਰੇ। ਇੱਕ ਬਾਤ ਹੋਰ ਹੈ ਪੁਆਧੀ ਮਾਂ, ਹੁਣ ਆਪਾਂ ਨਾ ਸਾਰੇ ਫਤਿਹ ਬੁਲਾਉਂਦੇ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਠੀਕ ਹੈ ਨਾ ਜੀ। ਇਹ ਵੀ ਪੁਆਧੀ ਹੋਇਆ, ਠੀਕ ਹੈ ਨਾ। ਹੁਣ ਤੁਸੀਂ ਹੁਣ ਸਵਾਲ ਕਰਿਆ ਮੈਨੂੰ ਵੀ ਤੁਸੀਂ ਕੀ ਬੋਲਦੇ ਹੋ ਜਾ ਕੇ, ਉੱਥੇ ਮੈਂ ਬੋਲਦਾ ਵੀ ਮੈਂ ਥਾਰਾ ਥਵੇ ਮਾਰੇ, ਠੀਕ ਹੈ, ਮਾਰਾ ਇੱਕ ਇਲਾਕਾ ਹੈ, ਬੱਟ ਬੰਨੇ ਕੀ ਸਾਂਝ ਆਪਸ ਮਾ, ਠੀਕ ਹੈ। ਇਸ ਤਰ੍ਹਾਂ ਇਹ ਸਾਡੀ ਬੋਲੀ ਜਿਹੜੀ ਪੁਆਧੀ ਹੈ, ਇਹ ਦੇਖੋ ਵੀ ਪੁਆਧੀ। ਹੁਣ ਮੈਂ ਭਾਵੇਂ PhD ਕਰ ਜਾ, ਭਾਵੇਂ ਮੈਂ ਕੁਛ ਕਰ ਜਾ, ਪਰ ਯਾਰ ਮੈਂ ਆਪਣੀ ਮਾਂ ਨੂੰ ਥੋੜ੍ਹੀ ਭੁੱਲੂੰਗਾ। ਚਾਹੇ ਮੈਂ PhD ਕਰ ਜਾ, ਪਰ ਮੈਂ ਆਪਣੀ ਮਾਂ ਨੂੰ ਥੋੜ੍ਹੀ ਭੁੱਲੂੰਗਾ, ਠੀਕ ਹੈ ਨਾ। ਇਹ ਸਾਡੀ ਮਾਂ ਬੋਲੀ, ਮਾਰੀ ਮਾਂ ਬੋਲੀ ਹੈ, ਠੀਕ ਹੈ ਨਾ। ਫਿਰ ਮਾਂ ਬੋਲੀ ਤਾਂ ਹੁਣ ਯਾਦ ਰੱਖਣੀ ਚਾਹੀਦੀ ਹੈ ਬੰਦੇ ਨੂੰ, ਠੀਕ ਹੈ ਨਾ। ਹਰੇਕ ਨੂੰ ਦੇਖੋ, ਬੰਦੇ ਦੇ ਨੂੰ ਆਪਣਾ ਕਿਰਦਾਰ, ਬੰਦੇ ਨੂੰ ਆਪਣੀ ਬੋਲੀ, ਬੰਦੇ ਨੂੰ ਆਪਣਾ ਪਹਿਰਾਵਾ, ਉਹ ਦੇਖੋ ਵੀ ਇਹ ਹੈ ਵੀ ਉਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਠੀਕ ਹੈ, ਤੁਸੀਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ, ਫਿਰ ਜ਼ਿਆਦਾਤਰ ਮਤਲਬ ਪੁਆਧੀ ਪਿੰਡ ਦੇ ਨੇੜੇ ਤੇੜੇ ਉਹਨਾਂ, ਫਿਰ ਪੁਆਧੀ 'ਚ ਗੱਲਬਾਤ ਜਾਂ ਫਿਰ ਪੰਜਾਬੀ 'ਚ, ਜਾਂ ਫਿਰ ਪੁਆਧੀ 'ਚ ਸਿੱਧੇ ਹੋ ਜਾਂਦੇ ਹੋ, ਫਿਰ ਟਾਪ ਗੇਅਰ ਪਾ ਲੈਂਦੇ ਹੋ ਪੁਆਧੀ ਵਾਲਾ? ਉਹ ਪਤਾ ਕੀ ਚੱਕਰ ਹੈ ਜੀ, ਫਿਰ ਜਦੋਂ ਪਿੰਡਾਂ 'ਚ ਜਾਂਦੇ ਆ ਫਿਰ ਉਹ ਆਪੇ ਕਹਿੰਦੇ ਆ ਵੀ ਬਾਈ ਯਾਰ ਆਪਣੇ ਵਾਲੀ ਬੋਲੀ ਮੈਂ ਬੋਲ ਥੋੜ੍ਹਾ ਜਿਹਾ, ਫਿਰ ਬੋਲਣਾ ਪੈਂਦਾ। ਹੁਣ ਇਹ ਹੈ ਵੀ ਮਾਰਾ ਛੋਕਰਾਂ ਦਾ ਮਾਰੇ ਵਾਲੀ ਭਾਸ਼ਾ ਬੋਲ, ਇਹ ਫਿਰ ਕਹਿੰਦੇ ਕਿ ਵੀ ਤੂੰ ਸਾਡਾ ਮੁੰਡਾ ਤਾਂ ਸਾਡੀ ਬੋਲੀ ਬੋਲ, ਸਾਡੀ ਬੋਲੀ ਬੋਲ, ਸਾਡਾ ਮੁੰਡਾ ਤੂੰ ਸਾਡੇ ਕੋਲ ਆਇਆ, ਆਪਣੇ ਵਾਲੀ ਬੋਲੀ ਮੈਂ ਬਾਤ ਕਰ, ਮਾਰੀ ਗੱਲ ਇਹ ਕਹਿੰਦੇ। ਇਸ ਚੀਜ਼ ਨੂੰ ਲੈ ਕੇ ਵੀ ਤੁਸੀਂ ਕੰਮ ਲਗਾਤਾਰ ਕਰ ਰਹੇ ਸੀ ਪੁਆਧੀ ਨੂੰ ਲੈ ਕੇ, ਕਿਉਂਕਿ ਨੇੜੇ ਤੇੜੇ ਦੇ ਪਿੰਡ ਸੀ, ਉਹ ਲੋਕਾਂ ਨੂੰ ਬਹੁਤ ਇਤਰਾਜ਼ ਵੀ ਹੋਇਆ, ਕਿਉਂਕਿ ਚੰਡੀਗੜ੍ਹ ਦਾ ਮੁੱਦਾ ਵੀ ਚੱਲਦਾ ਰਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ। ਇਸ ਚੀਜ਼ ਨੂੰ ਲੈ ਕੇ ਵੀ ਤੁਸੀਂ ਮੋਰਚਾ ਵੀ ਲਗਾਤਾਰ ਚਲਾਉਂਦੇ ਰਹੇ, ਪੁਆਧੀ ਕਿਸਾਨ ਮੋਰਚਾ ਵੀ ਚਲਾਇਆ। ਜਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਮੋਰਚੇ ਵਾਲੇ ਲੋਕ ਸੀ ਉਸ ਟਾਈਮ ਤੇ ਤੁਹਾਡੇ ਨਾਲ ਜੁੜੇ ਸੀਗੇ, ਮੈਂ ਫਿਰ ਉਹੀ ਗੱਲ ਤੇ ਆ ਰਿਹਾ ਕਿ ਕਿਸਾਨਾਂ ਦੀ ਪਾਰਟੀ ਆਉਣ ਤੋਂ ਬਾਅਦ ਡਿਵਾਈਡ ਹੋਏ ਆ, ਜਾਂ ਉਹ ਲੋਕ ਜਿਹੜੇ ਤੁਹਾਡੇ ਮਗਰ ਚੱਲੇ ਸੀ, ਕੋਈ ਉਹ ਲੋਕ ਪਰਵਿੰਦਰ ਸਿੰਘ ਸੁਹਾਣਾ ਦੇ ਨਾਲ ਜੁੜੇ ਹੋਏ ਆ? ਦੇਖੋ ਸਾਡੇ ਇਲਾਕੇ ਦੇ ਉਹ ਅੱਗੇ ਲੱਗੇ ਹੋਏ ਸੀਗੇ, ਮੈਂ ਉਹਨਾਂ ਦੇ ਪਿੱਛੇ ਸੀਗਾ। ਹੁਣ ਉਹਨਾਂ ਨੇ ਮੈਨੂੰ ਅੱਗੇ ਲਾ ਲਿਆ, ਹੁਣ ਉਹ ਮੇਰੇ ਪਿੱਛੇ ਹੈ। ਉਹ ਕਹਿੰਦੇ ਵੀ ਅਸੀਂ ਤੈਨੂੰ ਲੀਡਰ ਬਣਾਉਣਾ, ਅਸੀਂ ਤੇਰੀ ਮਦਦ ਕਰਨੀ ਹੈ, ਸਾਡਾ ਕੋਈ ਕਿਸੇ ਉਹਦੇ ਨਾਲ ਉਹ ਨਹੀਂ ਵੀ। ਦੇਖੋ ਉਹ ਲੜਾਈ ਸੀਗੀ, ਉਹ ਇੱਕ ਜਨ ਅੰਦੋਲਨ ਸੀਗਾ। ਉਹ ਜਨ ਅੰਦੋਲਨ ਜੇ ਕੱਲ੍ਹ ਨੂੰ ਕੋਈ ਇਹੋ ਜਿਹੀ ਘੜੀ ਆਈ ਅਸੀਂ ਫੇਰ ਇਕੱਠੇ ਹਾਂ। ਪਰ ਹੁਣ ਦੇਖੋ, ਹੁਣ ਇਹ ਹੈ ਵੀ ਜਿੱਥੇ ਆਪਣੇ ਪਰਾਏ ਦਾ ਸਵਾਲ ਹੈ, ਹੁਣ ਉਹ ਆਪਣੇ ਨੂੰ ਚੁਣਨਗੇ ਨਾ। ਉਹਨਾਂ ਨੇ ਚੁਣ ਲਿਆ, ਉਹਨਾਂ ਨੇ ਪਰਮਿੰਦਰ ਸਿੰਘ ਚੁਣ ਲਿਆ। ਉਹ ਸਾਰੀ ਟੀਮ ਮੇਰੇ ਨਾਲੋਂ ਅੱਗੇ ਜਾ ਕੇ ਵੱਧ ਕੇ ਚੱਲ ਰਹੀ ਹੈ। ਪ੍ਰਚਾਰ ਵੀ ਕਰਨ ਜਾਂਦੇ ਤੁਹਾਡੇ ਲਈ ਜਿਹੜੇ ਕਿਸਾਨ ਮੋਰਚੇ ਸਮੇਂ ਤੁਹਾਡੇ ਨਾਲ ਬੈਠੇ ਸੀ? ਬਿਲਕੁਲ ਕਰਨ ਜਾ ਰਹੇ ਹਾਂ, ਡੋਰ ਟੂ ਡੋਰ ਵੀ ਕਰ ਰਹੇ ਹਾਂ। ਹੋਰ ਦੱਸੋ, ਕਈ ਪਿੰਡਾਂ 'ਚ ਤਾਂ ਡੋਰ ਟੂ ਡੋਰ ਆਪ ਕਰਾ ਰਹੇ ਹਾਂ। ਇਹ ਬਹੁਤ ਥਾਵਾਂ ਤੇ ਦੇਖਣ ਨੂੰ ਮਿਲਿਆ, ਕਿਉਂਕਿ ਅਸੀਂ ਵੀ ਲਗਾਤਾਰ ਲੰਬਾ ਸਮਾਂ ਦਿੱਲੀ ਧਰਨਾ ਕਿਸਾਨ ਅੰਦੋਲਨ ਕਵਰ ਕਰਿਆ। ਉੱਥੇ ਲੋਕ ਇਹ ਗੱਲ ਕਹਿੰਦੇ ਸੀਗੇ ਕਿ ਭਾਈ ਅਸੀਂ, ਸਾਡੇ ਤਾਂ ਵੱਟ ਬੰਨੇ ਦੇ ਵੀ ਰੌਲੇ ਸੀ ਨਾ ਜਿਹੜੇ, ਉਹ ਲੋਕਾਂ ਦੇ ਖਤਮ ਹੋ ਗਏ ਇੱਥੇ ਜਾ ਕੇ। ਪਰ ਕਹਿੰਦੇ ਕਿ ਪਿੰਡਾਂ ਦੇ ਵਿੱਚ ਫਿਰ ਉਹੀ ਮਾਹੌਲ ਹੋਣ ਲੱਗ ਗਿਆ, ਜਿਹੜੇ ਲੋਕ ਕੋਈ ਕਾਂਗਰਸ ਦਾ ਸੀ, ਕੋਈ ਅਕਾਲੀਆਂ ਦਾ ਸੀ, ਕੋਈ ਝਾੜੂ ਵਾਲਿਆਂ ਦਾ ਸੀ, ਕੋਈ BJP ਦਾ ਸੀ, ਉਹ ਵਾਪਸ ਉਸੇ ਤਰ੍ਹਾਂ ਹੋ ਗਿਆ। ਕਿ ਮੋਹਾਲੀ 'ਚ ਵੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ, ਜਾਂ ਮੋਹਾਲੀ ਵਾਲਾ ਤੁਸੀਂ ਕਹਿ ਰਹੇ ਹੋ ਕਿ ਲੋਕ ਤੁਹਾਡੇ ਨਾਲ ਜੁੜੇ ਹੋਏ? ਦੇਖੋ, ਇਹ ਬਿਲਕੁਲ ਥੋੜੀ ਕਿਤੇ ਨਾ ਕਿਤੇ ਸਹੀ ਗੱਲ ਹੈ ਵੀ ਜਿਹੜੇ ਤਾਂ ਕਿਸਾਨ ਆਗੂ ਸੀਗੇ ਉਹ ਤਾਂ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਏ, ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਹਰ ਕਿਸਾਨ ਉਹਨੂੰ ਕਿਸਾਨਾਂ ਦੀ ਪਾਰਟੀ ਮੰਨਦਾ। ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਤਾਂ ਹੁਣ ਰਿਜ਼ਾਈਨ ਕਰਕੇ, ਜਦੋਂ ਇਹ ਕਾਲੇ ਕਾਨੂੰਨ ਬਣੇ
ਕੋਈ ਸਰਪੰਚੀ ਨਹੀਂ ਛੱਡਦਾ ਪਿੰਡ ਦੀ। ਉਹ ਆਏ ਤੇ ਲੜਾਈ ਲੜੀ। ਫਿਰ ਤੋਂ ਉੱਥੇ ਲੋਕ ਸਭਾ 'ਚ ਦੇਖੋ ਸਾਡੇ 2 MP ਸੀਗੇ, ਸਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ। ਉਹਨਾਂ ਨੇ ਨਾਲ ਬਹੁਜਨ ਸਮਾਜ ਪਾਰਟੀ ਦੇ MPਆਂ ਦਾ ਸਹਿਯੋਗ ਲੈ ਕੇ ਉੱਥੇ ਰੋਜ਼ ਕੋਈ ਨਾ ਕੋਈ ਨਵੇਂ ਢੰਗ ਨਾਲ ਪ੍ਰਦਰਸ਼ਨ ਕਰ ਰਿਹਾ। ਠੀਕ ਹੈ ਨਾ ਜੀ। ਉਸ ਤੋਂ ਬਾਅਦ ਜਿਹੜੀਆਂ ਇਹ ਪਾਰਟੀਆਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਕੋਈ ਬੰਦਾ ਕਿੱਥੇ ਸ਼ਾਮਲ ਹੋ ਗਿਆ, ਕੋਈ ਕਿੱਥੇ ਸ਼ਾਮਲ, ਇਹ ਤਾਂ ਪਹਿਲੇ ਦਿਨ ਤੋਂ ਹੀ ਸੀਗਾ ਜੀ। ਉਹ ਜਨ ਅੰਦੋਲਨ ਦੀ ਲੜਾਈ ਲੜ ਰਹੇ ਸੀਗੇ। ਕਈਆਂ ਨੂੰ ਵਹਿਮ ਹੋ ਗਿਆ ਸੀਗਾ ਵੀ ਜਿਹੜਾ ਸ਼ਾਇਦ ਜਨ ਅੰਦੋਲਨ ਦਾ ਫਾਇਦਾ ਹੁਣ ਅਸੀਂ MLA ਦੀ ਚੋਣ ਲੜ ਕੇ ਲੈ ਲਈਏ, ਪਰ ਨਹੀਂ। ਜੋ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਲਈ ਕੀਤਾ, ਭਾਵੇਂ ਉਹ ਬਿਜਲੀ ਪਾਣੀ ਫ੍ਰੀ ਦੀ ਗੱਲ ਹੋਵੇ, ਭਾਵੇਂ ਇੱਥੇ ਟੈਕਸ ਮਾਫ ਹੈ ਟਰੈਕਟਰ 'ਤੇ, ਉਹ ਜੇ ਗੱਡੇ ਦਾ ਰੂਪ ਦਵਾਇਆ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਚੌਧਰੀ ਦੇਵੀ ਲਾਲ ਜੀ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਉਸ ਸਮੇਂ ਹੋਇਆ। ਵੀ ਜਿੰਨੇ ਵੀ ਕੰਮ ਹੋਏ, ਅੱਜ ਤੁਸੀਂ ਸਾਡੇ ਇਲਾਕੇ 'ਚ ਇੱਥੇ ਜ਼ਮੀਨਾਂ ਅਕਵਾਇਰ ਹੋਣੀਆਂ ਵੱਡੇ ਪੱਧਰ 'ਤੇ, ਉਹਦੀ ਇਨਹਾਂਸਮੈਂਟ ਸਮਝਦੇ ਹੋ, ਜਿਹੜਾ ਮੁਆਵਜ਼ਾ ਵਧਾਉਣ ਦਾ ਜੇ ਕੇਸ ਪਾਉਣਾ ਨਾ, ਪਹਿਲਾਂ ਕੋਰਟ ਫੀਸ ਲੱਗਦੀ ਸੀਗੀ। ਮੰਨ ਲਓ ਵੀ ਮੈਂ ਆਪਣੀ ਜ਼ਮੀਨ ਦਾ 1 ਕਰੋੜ ਰੁਪਈਆ ਮੁਆਵਜ਼ਾ ਮੰਗਣਾ, ਤਾਂ ਉਹਦਾ 6 ਜਾਂ 7 ਜਾਂ 8% ਮੇਰੇ ਖਿਆਲ ਨਾਲ, ਮੇਰੇ ਹੁਣ ਯਾਦ ਨਹੀਂ ਵੀ ਕਿੰਨੀ ਹੁੰਦੀ ਸੀਗੀ, ਉਹ ਬਾਦਲ ਸਾਹਿਬ ਨੇ ਉਸ ਟਾਈਮ ਬਿਲਕੁਲ ਮਾਫ ਕਰਤੀ ਸੀਗੀ ਵੀ ਜਿੰਨੇ ਮਰਜ਼ੀ ਕਰੋੜ ਰੁਪਈਆ ਤੁਸੀਂ ਮੁਆਵਜ਼ਾ ਮੰਗ ਲਓ, ਕੋਈ ਕੋਰਟ ਫੀਸ ਨਹੀਂ। ਠੀਕ ਹੈ, ਇਹੋ ਜਿਹੇ ਕੰਮ ਇਹ ਬਾਦਲ ਸਾਹਿਬ ਕਰ ਸਕੇ। ਮੰਤਰੀ ਸਾਹਿਬ ਨਾਲ ਬਹੁਤ ਪਿਆਰ ਆ ਤੁਹਾਡਾ। ਉਹ ਤਾਂ ਫਿਰ ਹੈਗਾ ਹੀ ਹੈ ਜੀ। ਮੰਤਰੀ ਸਾਹਿਬ ਨੇ ਸ਼ੁਰੂ ਤੋਂ ਹੀ ਰੱਖਿਆ, ਪਰਚੇ ਵੀ ਕਰਾਏ ਮੇਰੇ ਤੇ। ਠੀਕ ਹੈ ਨਾ, ਅਸੀਂ ਲੜਾਈ ਵੀ ਲੜੀ ਫਿਰ ਪੂਰੀ ਕੱਢ ਕੇ। ਤੁਸੀਂ ਇਹ ਦੱਸੋ, ਅਕਾਲੀ ਦਲ ਨੇ ਪਰਮਿੰਦਰ ਸਿੰਘ ਸੁਹਾਣਾ ਨੂੰ ਕੀ ਦੇਖ ਕੇ ਟਿਕਟ ਦਿੱਤੀ ਹੈ, ਕਿਉਂ ਚੁਣਿਆ? ਅਕਾਲੀ ਦਲ ਨੇ ਪਰਮਿੰਦਰ ਸਿੰਘ ਸੁਹਾਣਾ ਨੂੰ ਮੈਰਿਟ ਦੇਖ ਕੇ ਟਿਕਟ ਦਿੱਤੀ ਹੈ। ਦੇਖੋ, ਅਕਾਲੀ ਦਲ ਨੇ ਜੇ ਟਿਕਟ ਦਈ ਹੈ ਉਹ ਮੈਰਿਟ ਕੇ ਆਧਾਰ ਪਰ ਦਈ ਹੈ, ਕਿਉਂਕਿ ਮੈਂ ਸਰਪੰਚ ਵੀ ਰਿਹਾ, ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਿਹਾ, ਫਿਰ MC ਬਣਿਆ। ਫਿਰ ਇਹ ਤਿੰਨੇ ਚੀਜ਼ਾਂ, ਹੁਣ ਦੇਖੋ ਤੁਸੀਂ ਜਿਹੜਾ ਸਰਪੰਚ ਬਣ ਗਿਆ MC ਨਹੀਂ ਬਣਿਆ ਹੁਣ, ਇਤਿਹਾਸ ਕੱਢ ਲਿਓ ਤੁਸੀਂ। ਇਹ ਤਾਂ ਦੇਖੋ ਬਖਸ਼ਿਸ਼ ਸੀਗੀ ਪ੍ਰਮਾਤਮਾ ਦੀ ਵੀ ਪਿੰਡ ਸ਼ਹਿਰ 'ਚ ਆ ਗਿਆ, ਮੈਂ MC ਬਣ ਗਿਆ। ਠੀਕ ਹੈ ਨਾ। ਮੈਂ ਪੰਚਾਇਤੀ ਰਾਜ ਦੀ ਸਾਰੀਆਂ ਪੌੜੀਆਂ ਚੜ੍ਹ ਗਿਆ, ਪੰਚੀ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ, ਤੇ ਉਧਰੋਂ ਲੋਕਲ ਬਾਡੀਜ਼ ਦੀਆਂ ਸਾਰੀਆਂ ਪੌੜੀਆਂ ਚੜ੍ਹ ਕੇ MC ਬਣ ਗਿਆ। ਠੀਕ ਹੈ ਨਾ। ਤੇ ਬਾਕੀ ਤਾਂ ਵਾਹਿਗੁਰੂ ਦੀ ਕਿਰਪਾ ਹੋਈ ਹੈ ਵੀ ਦੇਖੋ ਅੱਜ ਕੱਲ੍ਹ ਆਮ ਘਰਾਂ ਦੇ ਮੁੰਡਿਆਂ ਨੂੰ ਕੌਣ ਟਿਕਟਾਂ ਦਿੰਦਾ, ਇਹ ਤਾਂ ਧੰਨਵਾਦ ਹੈ ਪਾਰਟੀ ਦਾ, ਸਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਸਰ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ, ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਕੇ ਇੱਕ ਆਮ ਘਰ ਦੇ ਮੁੰਡੇ ਨੂੰ 2 ਧਨਾਡਾਂ ਦੇ ਮੁਕਾਬਲੇ ਟਿਕਟ ਦਿੱਤੀ ਹੈ। ਔਰ ਆਮ ਘਰ ਦਾ ਮੁੰਡਾ ਆਪਣੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਊਗਾ। ਫਿਰ ਪਾਉਂਦੀ ਮੈਂ ਬਾਤ ਅਗਲੀ ਵਾਰੀ ਆਪਾਂ ਵਿਧਾਨ ਸਭਾ ਦੇ ਵਿੱਚ ਕਰੂੰਗੇ, ਪੱਕੀ ਪਾਉਂਦੀ ਮੈਂ ਬੋਲੂੰਗਾ ਇੱਥੇ। ਇੰਨਾ ਕੌਨਫੀਡੈਂਸ ਆ ਵੀ ਅਗਲਾ ਇੰਟਰਵਿਊ ਜਿਹੜਾ ਹੋਊਗਾ ਉਹ ਜਿੱਤ ਕੇ ਤੁਸੀਂ ਪੁਆਧੀ 'ਚ ਕਰਨਾ। ਆਪਾਂ ਬਿਲਕੁਲ ਪੁਆਧੀ ਮੈਂ ਕਰੂੰਗਾ, ਉੱਥੇ ਵਿਧਾਨ ਸਭਾ ਦੀਆਂ ਪੌੜੀਆਂ ਪਰ ਕਰੂੰਗੇ। ਭਾਸ਼ਣ ਵੀ ਪੁਆਧੀ 'ਚ ਦੇਣਾ ਪੂਰਾ, ਸਵਾਲ ਵੀ ਪੁਆਧੀ ਮੈਂ ਪੁੱਛੂੰਗਾ। ਹੋਰ ਦੱਸਾਂ, ਪੂਰੀ ਤਿਆਰੀ ਕਰੀ ਹੋਈ ਹੈ। ਪੂਰੀ ਤਿਆਰੀ ਕਰੀ ਹੋਈ ਹੈ। ਤੁਸੀਂ ਵੀ ਕਹਿ ਰਹੇ ਹੋ ਕਿ ਆਮ ਆਦਮੀ, ਉਧਰ ਕੇਜਰੀਵਾਲ ਕਹਿੰਦੇ ਮੈਨੂੰ ਸਾਰੇ ਕਾਪੀ ਕਰ ਰਹੇ, ਚੰਨੀ ਕਹਿੰਦੇ ਮੈਂ ਆਮ ਆਦਮੀ ਹੈ ਕੌਣ ਹੈ, ਕੌਣ ਲੱਗਦਾ ਕਾਮਨ ਮੈਨ ਆਮ ਆਦਮੀ ਕੌਣ ਲੱਗਦਾ? ਸਾਰੇ ਹੀ ਕਹਿੰਦੇ ਹੁਣ ਕਿ ਮੈਂ ਆਮ ਆਦਮੀ ਹੈ, ਤੁਸੀਂ ਵੀ ਕਹੀ ਜਾਂਦੇ ਹੋ ਕਿ ਮੈਂ ਆਦਮੀ ਹਾਂ, ਬਾਕੀ ਤਾਂ ਧਨਾੜ ਨੇ ਮੈਂ ਆਮ ਆਦਮੀ ਹੈ। ਦੇਖੋ ਬਲਬੀਰ ਸਿੰਘ ਸਿੱਧੂ ਕੋਲ ਤੁਸੀਂ ਇਹ ਦੇਖੋ ਵੀ 2.5 3 ਕਨਾਲ ਦੇ ਘਰ ਬਣਾਈ ਬੈਠੇ ਹੈ, ਬੜੇ ਬੜੇ ਕੁੱਤੇ ਰੱਖੇ ਹੋਏ ਉਹਨਾਂ ਨੇ ਐਡੇ। ਤੁਹਾਨੂੰ ਇਹ ਦੇਖੋ ਇਸ ਘਰ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਮਿਲੂਗੀ। ਤੇ ਕੁਲਵੰਤ ਸਿੰਘ ਕੋਲ 4 8 ਕਰੋੜ ਦੀਆਂ ਗੱਡੀਆਂ। ਠੀਕ ਹੈ ਨਾ ਜੀ, ਗੱਡੀਆਂ 'ਚ ਮੈਨੂੰ ਤਾਂ ਨਾਮ ਯਾਦ ਵੀ ਨਹੀਂ ਯਾਰ ਮੇਰੇ, ਇਹੋ ਜਿਹੀਆਂ ਗੱਡੀਆਂ ਉਹਨਾਂ ਕੋਲ। ਠੀਕ ਹੈ ਨਾ। ਫਿਰ ਆਮ ਆਦਮੀ ਕੌਣ ਹੈ ਇਹ ਦੇਖੋ ਤੁਸੀਂ। ਮੈਂ ਲੋਕਾਂ 'ਚ ਯਾਰ ਮੈਂ ਪੈਨਸ਼ਨਾਂ ਦੇ ਫਾਰਮ ਵੀ ਹੁਣ ਆਪ ਭਰ ਦਿੰਦਾ ਪਿੰਡ ਦੇ, ਜਿਹੜਾ ਕੋਈ ਪੈਨਸ਼ਨ ਦੇ ਆਉਂਦਾ ਮੈਂ ਆਪ, ਸ਼ਗਨ ਸਕੀਮਾਂ ਦੇ ਫਾਰਮ ਮੈਂ ਆਪ ਭਰ ਕੇ ਜਮ੍ਹਾਂ ਕਰਾ ਕੇ ਆਉਣਾ। ਫਿਰ ਲੋਕਾਂ ਦੇ ਵਿੱਚ ਰਹਿਣਾ ਹਰ ਟਾਈਮ। ਮੈਨੂੰ ਕੋਈ ਫੈਸਲੇ ਨੂੰ ਆ ਜਾਵੇ ਮੈਂ ਜਾ ਕੇ ਅਗਲੇ ਦੇ ਘਰੇ ਫੈਸਲਾ ਕਰਾਇਆ ਉਹਨਾਂ। ਠੀਕ ਹੈ ਨਾ। ਮੈਂ ਡਾਊਨ ਟੂ ਅਰਥ ਹੈ ਯਾਰ, ਵੀ ਇਸ ਕਰਕੇ ਵੀ ਮੈਂ ਹੁਣ ਆਮ ਉਹ ਥੋੜ੍ਹੀ ਹੈ ਵੀ ਜਿਹੜੇ ਨੇ 20 ਤਾਂ PA ਰੱਖੇ ਹੋਏ ਆ, ਫਿਰ ਇੱਕ ਸਟੈਪ ਟੂ ਸਟੈਪ ਅੱਗੇ ਮਿਲਣ ਜਾਂਦਾ ਬੰਦਾ ਹੈ ਨਾ। ਪਹਿਲਾਂ ਇੱਕ ਜਗ੍ਹਾ ਮੀਟਿੰਗ ਹੋ ਗਈ, ਫਿਰ ਉੱਥੇ ਬੜੇ ਬੜੇ ਕੈਮਰੇ ਲੱਗੇ ਹੋਏ ਅੰਦਰ ਵੀ ਕਿਹੜੇ ਨੂੰ ਮਿਲਣਾ ਕਿਹੜੇ ਨਹੀਂ, ਉਹ ਉੱਪਰ ਤੋਂ ਹੀ ਫੋਨ ਆ ਜਾਂਦਾ ਵੀ ਉਹਨੂੰ ਜਵਾਬ ਦੇ ਦਿਓ ਮੈਂ ਨਹੀਂ ਮਿਲਣਾ ਇਹਨੂੰ। ਫਿਰ ਹੁਣ ਇਹ ਗੱਲਾਂ, ਇੱਕ ਬੰਦਾ ਤੁਹਾਡੇ ਕੋਲ, ਹੁਣ ਮੈਂ ਤਾਂ ਐਕਟੀਵੇ 'ਤੇ ਵੀ ਇੱਥੇ ਪ੍ਰਚਾਰ ਕਰਨ ਚਲੇ ਜਾਣਾ ਪਿੰਡ 'ਚ। ਕੱਲ੍ਹ ਆਟੋ ਵਾਲੇ ਆਏ ਸੀਗੇ ਮੈਨੂੰ, ਮੈਂ ਦਿਨ ਮੈਂ ਆਟੋ ਚਲਾਇਆ ਵੀ ਉਹਨਾਂ ਨੇ। ਤੁਸੀਂ ਆਟੋ ਵੀ ਚਲਾ ਲੈਂਦੇ, ਚਰਨਜੀਤ ਚੰਨੀ ਕਹਿੰਦੇ ਮੈਂ ਬੱਸ ਵੀ ਚਲਾ ਲੈਂਦਾ, ਤੇ ਤੁਸੀਂ ਆਟੋ ਵੀ ਚਲਾ ਲੈਂਦੇ ਹੋ। ਮੈਂ ਦੇਖੋ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਮੈਂ ਆਮ ਹੈ, ਬਿਲਕੁਲ ਆਮ ਹੈ। ਚਰਨਜੀਤ ਚੰਨੀ ਸਾਹਿਬ ਤਾਂ ਬਹੁਤੇ ਬੜੇ ਆਮ ਹੈ, ਜਿਹਦੇ ਘਰੋਂ 10 ਕਰੋੜ ਮਿਲ ਗਿਆ। ਠੀਕ ਹੈ ਨਾ, 10 ਕਰੋੜ ਰੁਪਈਆ ਮਿਲਿਆ, ਹੁਣ ਆਮ ਹੈ, ਤੁਸੀਂ ਦੇਖ ਲਓ।
ਉਹ ਕਹਿੰਦੇ ਕਿ ਮੇਰੇ ਰਿਸ਼ਤੇਦਾਰ ਦੇ ਘਰੋਂ ਭਤੀਜੇ ਜਾਂ ਭਾਣਜੇ ਦੇ ਘਰੋਂ ਮਿਲੇ ਨੇ, ਕਹਿੰਦੇ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ। ਅੱਛਾ, ਮੇਰੇ ਭਤੀਜੇ ਭਾਣਜੇ ਦੇ ਘਰੋਂ ਪੈਸੇ ਮਿਲਣ, ਉਹ ਦੱਸੋ ਕਿਹੜੀ ਉਹਨੇ ਉਹ ਚਲਾਈ ਹੋਈ ਦੀ, ਸੋਨੇ ਦੀ ਖਾਨ ਲਈ ਹੋਈ ਦੀ, ਜਾਂ ਉਹਨੇ ਕੋਈ ਬਹੁਤ ਵੱਡਾ ਉਹਦਾ ਬਿਲਡਰ ਦਾ ਕੰਮ ਸੀਗਾ? ਦੱਸੋ ਕੀ ਕੰਮ ਤਾਂ, ਕੀ ਉਹਦੀ ਰਿਟਰਨ ਕੱਢੋ ਕਿੰਨੇ ਦੀ ਹੈ। ਠੀਕ ਹੈ ਨਾ, ਉਹ ਤਾਂ ਹੁਣ ਆਪੇ ਪਤਾ ਹੀ ਲੱਗ ਰਿਹਾ, ਰਿਮਾਂਡ ਤੇ ਆਪੇ ਪਤਾ ਲੱਗ ਜਾਣਾ ਕਿਹਨੂੰ ਕਿੰਨੇ ਦਿੱਤੇ ਹੈ। ਤੁਹਾਡੇ ਸਾਥੀ ਨੇ ਉਹ ਜ਼ਿਕਰ ਕਰ ਰਹੇ ਸੀ, ਕਹਿੰਦੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਤੁਹਾਡੇ ਤਰ੍ਹਾਂ ਹੀ ਲੋਕਾਂ ਦੇ ਵਿੱਚ ਐਕਟਿਵ ਰਹੇ, ਕਹਿੰਦੇ ਉਹਨਾਂ ਨੂੰ ਨਹੀਂ ਚੁਣਿਆ ਲੋਕਾਂ ਨੇ, ਮਨੀਸ਼ ਤਿਵਾੜੀ ਉਹਨਾਂ ਨੂੰ ਚੁਣਿਆ। ਬਿਲਕੁਲ ਸਹੀ ਗੱਲ ਹੈ। ਪ੍ਰੋਫੈਸਰ ਚੰਦੂਮਾਜਰਾ ਸਾਹਿਬ 24 ਘੰਟੇ ਲੋਕਾਂ 'ਚ ਰਹੇ ਬਤੌਰ MP। ਇੱਕ ਨਖਿੱਧ ਬੰਦਾ ਜਿਹੜਾ ਇੱਕ ਵਾਰੀ ਜਿੱਤਣ ਤੋਂ ਬਾਅਦ ਮੇਰੇ ਖਿਆਲ ਨਾਲ 2.5 ਸਾਲ ਹੋ ਗਏ ਚੋਣ ਹੋਈ ਨੂੰ, ਹਲਕੇ 'ਚ ਵੀ ਨਹੀਂ ਵੜਿਆ ਮਨੀਸ਼ ਤਿਵਾੜੀ। ਹੁਣ ਆਇਆ, ਕੱਲ ਬਲਬੀਰ ਸਿੰਘ ਸਿੱਧੂ ਦਾ ਪ੍ਰਚਾਰ ਕਰਨ ਆਇਆ, ਹੁਣ ਟਾਈਮ ਲੱਗ ਗਿਆ ਉਹਨੂੰ ਪ੍ਰਚਾਰ ਕਰਨ ਨੂੰ, ਵੋਟਾਂ ਮੰਗਣ ਨੂੰ। ਲੋਕ ਪਾਗਲ ਥੋੜੀ ਹੈ, ਲੋਕ ਸਮਝਦੇ ਆ ਸਾਰੀ ਗੱਲ ਵੀ ਕਿਹੜਾ ਲੋਕਾਂ 'ਚ ਰਹਿ ਰਿਹਾ, ਕਿਹੜਾ ਲੋਕਾਂ ਦਾ ਸੇਵਾਦਾਰ ਹੈ। ਕੀ ਲੱਗਦਾ ਕੋਈ ਵੇਵ ਸੀਗੀ ਜਾਂ ਫਿਰ ਚੰਦੂਮਾਜਰਾ ਉਹਨਾਂ ਦੀ ਵਿਰੋਧਤਾ ਦੇ ਕਾਰਨ? ਦੇਖੋ ਉਸ ਸਮੇਂ ਇਹ ਲਾ ਲਓ ਵੀ ਤੁਸੀਂ ਵੀ ਇੱਕ ਤਰ੍ਹਾਂ ਨਾਲ ਜਿਹੜੀ ਕਾਂਗਰਸ ਸਰਕਾਰ ਸੀਗੀ ਉਹਨੇ ਧੱਕੇਸ਼ਾਹੀਆਂ, ਲੋਕਾਂ ਨੂੰ ਡਰਾ ਕੇ ਧਮਕਾ ਕੇ ਪਰਚੇ ਕਰਾ ਕੇ ਬੰਦਿਆਂ ਨੂੰ ਧੱਕੇ ਨਾਲ ਆਪਣੇ ਨਾਲ ਬੰਨ੍ਹ ਕੇ ਰੱਖਿਆ ਬੰਦਾ। ਹੁਣ ਉਹ ਬੰਦੇ ਭੱਜ ਭੱਜ ਜਾ ਰਹੇ ਆ, ਕੋਈ ਵੀ ਅਲੱਗ-ਅਲੱਗ ਪਾਰਟੀਆਂ 'ਚ, ਸ਼੍ਰੋਮਣੀ ਅਕਾਲੀ ਦਲ 'ਚ ਬਹੁਤ ਆ ਰਹੇ ਆ, ਕਿਉਂਕਿ ਉਹ ਡਰਾ ਕੇ ਆਪਣੇ ਨਾਲ ਲਾਏ ਹੋਏ ਤੇ। ਉਹ ਕੋਈ ਬੇਬੂਬ ਨਹੀਂ ਸੀਗੀ, ਉਹ ਇਸ ਕਾਰਨ ਇੱਥੋਂ ਜਿਹੜੀ ਚੋਣ ਹੈ ਉਹ ਜਿੱਤਿਆ ਮਨੀਸ਼ ਤਿਵਾੜੀ। ਮੈਨੂੰ ਇਹ ਦੱਸੋ, ਮੇਰਾ ਇੱਕ ਸਵਾਲ ਹੈ ਤੁਹਾਡੇ ਪੁਆਧੀ ਨੂੰ ਲੈ ਕੇ, ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਚੰਡੀਗੜ੍ਹ ਦੇ ਨੇੜੇ ਤੇੜੇ ਦੇ ਖਾਸ ਤੌਰ ਤੇ ਪਿੰਡ ਜਾਂ ਮੋਹਾਲੀ ਦੇ ਜਿਹੜੇ ਪਿੰਡ ਨੇ, ਪੁਆਧੀ ਬੋਲਣ ਵਾਲੇ ਜ਼ਿਆਦਾ ਲੋਕ ਨੇ। ਤੁਸੀਂ ਵਾਅਦਾ ਕਰੋ ਕਿ ਕਿਹੜਾ ਵਾਅਦਾ ਕਰੋਗੇ ਕਿ ਪੁਆਧੀਆਂ ਲਈ ਕਿਹੜੇ-ਕਿਹੜੇ ਕੰਮ ਮੇਨ ਤੁਸੀਂ ਸੋਚ ਕੇ ਰੱਖਿਆ, ਔਰ ਪੁਆਧੀ ਬੋਲੀ ਵਾਸਤੇ ਕੀ ਕਰੋਗੇ ਜੇ ਤੁਸੀਂ ਸੱਤਾ ਦੇ ਵਿੱਚ ਆਉਂਦੇ ਹੋ ਤਾਂ? ਕਰੋਗੇ ਕੋਈ ਵਾਅਦਾ, ਔਰ ਵਾਅਦਾ ਪੱਕਾ ਕਰਿਓ, ਜੇ ਨਹੀਂ ਤਾਂ ਅਸੀਂ ਕੱਢ ਕੇ ਫਿਰ ਤੁਹਾਡੀ ਰਿਕਾਰਡਿੰਗ ਚਲਾ ਦੇਣੀ ਵੀ ਭਾਈ ਆਹ ਵਾਅਦਾ ਤਾਂ ਤੁਹਾਡਾ ਸੀਗਾ। ਦੇਖੋ, ਇੱਕ ਤਾਂ ਪੁਆਧੀ ਭਵਨ ਮੇਰੀ ਬਣਾਉਣ ਦੀ ਇੱਛਾ, ਪਰ ਮੈਂ ਜੇ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਗੱਲ ਨਹੀਂ ਕਰੀ, ਗੱਲ ਕਰਾਂਗਾ। ਔਰ ਇੱਥੋਂ ਦੇ ਲੋਕਾਂ ਨੇ ਮੌਕਾ ਦਿਆ, ਮੈਨੂੰ ਇਹ ਵੀ ਪਤਾ ਕਿ ਸਾਡੇ ਪਾਰਟੀ ਪ੍ਰਧਾਨ ਐਡੇ ਦਰਿਆ ਦਿਲ ਹੈ, ਉਹ ਕਦੇ ਮਨਾ ਨਹੀਂ ਕਰਦੇ। ਇੱਕ ਪੁਆਧੀ ਭਵਨ ਬਣਾਉਣਾ, ਇੱਕ ਸਾਡਾ ਪੁਆਧੀਆਂ ਦਾ ਕੋਈ ਪੁਆਧੀ ਕੋਈ ਬੋਰਡ ਬਣ ਜੇ ਜਾਂ ਕੋਈ ਇਹੋ ਜਿਹਾ ਹੋ ਜੇ ਵੀ ਜਿਸ ਨਾਲ ਨੁਮਾਇੰਦਗੀ ਮਿਲ ਜੇ ਸਾਡੇ ਪੁਆਧੀ ਭਾਈਚਾਰੇ ਨੂੰ, ਇਹਦਾ ਜ਼ਰੂਰ ਯਤਨ ਕਰਾਂਗੇ। ਹਲਕੇ ਦੇ ਕਿਹੜੇ-ਕਿਹੜੇ ਕੰਮ ਸੋਚ ਕੇ ਰੱਖੇ ਹੋਏ ਆ ਕਿ ਜੇ ਤੁਸੀਂ ਪਾਵਰ ਦੇ ਵਿੱਚ ਆਉਂਦੇ ਹੋ ਜਾਂ ਜਿੱਤਦੇ ਹੋ ਤਾਂ ਆਹ ਕੰਮ ਪ੍ਰਾਇੋਰਟੀ ਤੇ ਕਰਨੇ ਤੁਸੀਂ? ਦੇਖੋ, ਸਭ ਤੋਂ ਪਹਿਲਾਂ ਤਾਂ ਰੁਜ਼ਗਾਰ ਦੀ ਗੱਲ, ਕਿਉਂਕਿ ਜਿਹੜਾ ਸਾਡਾ ਸ਼ਹਿਰ ਹੈ, ਇੱਕ ਇਹਦੇ ਵਿੱਚ ਏਅਰਪੋਰਟ ਹੈ, ਏਅਰਪੋਰਟ ਦੇ ਨੇੜੇ ਬਹੁਤ ਰੁਜ਼ਗਾਰ ਆ ਸਕਦਾ, ਜਿਸ ਤਰ੍ਹਾਂ ਮੈਂ ਇੰਡਸਟਰੀ ਆ ਸਕਦੀ ਹੈ। ਕਿਉਂ? ਏਅਰਪੋਰਟ ਰਾਹੀਂ ਬਹੁਤ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਨਾ ਸੌਖਾ। ਇੰਡਸਟਰੀ ਇੱਥੇ ਲੈ ਕੇ ਆਵਾਂਗੇ, IT ਹੱਬ ਇੱਥੇ, ਕਿਉਂਕਿ IT ਸੈਕਟਰ ਵੀ ਬਣਾਤਾ ਸੀਗਾ ਸਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ। ਔਰ ਉਹ ਤੋਂ ਬਾਅਦ ਜਿੰਨੀਆਂ ਵੀ ਇੰਡੀਆ ਦੀਆਂ ਜਾਂ ਬਾਹਰ ਦੀਆਂ ਕੰਪਨੀਆਂ, ਵਧੀਆ ਕੰਪਨੀਆਂ ਜਿਹੜੀਆਂ ਇੱਥੇ ਸਾਨੂੰ ਰੁਜ਼ਗਾਰ ਮੁਹੱਈਆ ਕਰਨ, ਉਹ ਉਸੇ ਤਰ੍ਹਾਂ ਹੀ ਉਹ ਤਰਜ਼ 'ਤੇ। ਅਤੇ ਦੂਜੀ, ਜਿਹੜੀਆਂ ਸਾਡੀਆਂ ਇੱਥੇ ਜ਼ਮੀਨਾਂ ਇਹਨਾਂ ਨੇ ਦੱਬੀਆਂ ਨਾ ਭੂ ਮਾਫੀਏ ਨੇ, ਉਹ ਸਾਰੀਆਂ ਛੁਡਵਾ ਕੇ ਉੱਥੇ ਜਿਹੜੇ ਨੌਜਵਾਨ ਮੁੰਡੇ ਆ ਉਹਨਾਂ ਨੂੰ ਕੰਮ ਕਰਾਵਾਂਗੇ। ਉਹਨਾਂ 'ਤੇ ਕੋਈ ਇੰਡਸਟਰੀ ਲਾ ਲੂ, ਕੋਈ ਕੁਛ ਕਰ ਲੂ, ਕੋਈ ਆਪਣੀਆਂ ਕੋਈ ਮਾਰਕੀਟ ਬਣਾ ਲਾਂਗੇ। ਵੀ ਇੱਦਾਂ ਦੇ ਬਹੁਤ ਲੰਬੀ ਪ੍ਰਪੋਜ਼ਲ ਹੈ ਵੀ ਇੱਕ ਵਧੀਆ ਯਾਰ, ਮੈਂ ਚਾਹੁੰਦਾ ਵੀ ਸਾਡਾ ਜਿਹੜਾ ਸ਼ਹਿਰ ਹੈ, ਸਾਡਾ ਜਿਹੜੇ ਪਿੰਡ ਹੈ, ਔਰ ਮੇਰੀ ਇਹ ਵੀ ਹੈ ਕਿ ਜਦੋਂ ਸਰਕਾਰ ਬਣ ਗਈ ਇੱਥੇ ਜਿੰਨੇ ਪਿੰਡ ਹੈ ਮੋਹਾਲੀ ਸ਼ਹਿਰ ਦੇ, ਉਹਨਾਂ 'ਚ ਅਸੀਂ ਸੀਵਰੇਜ ਪਾਉਣਾ ਸਭ ਤੋਂ ਪਹਿਲਾਂ, ਕਿਉਂਕਿ ਪਿੰਡਾਂ 'ਚ ਵੀ ਸ਼ਹਿਰ ਵਰਗਾ ਹੋ ਜੇ। ਕਿਉਂ? ਸਾਡਾ ਜਿਹੜਾ ਹਲਕਾ ਹੈ ਬਿਲਕੁਲ ਛੋਟਾ ਜਿਹਾ ਹਲਕਾ, ਮੇਰੇ ਖਿਆਲ ਨਾਲ ਵੀ ਤੁਸੀਂ, ਮੈਂ ਹੁਣ ਜੇ ਸਵੇਰੇ ਇੱਥੋਂ ਖਾਣਾ ਖਾ ਕੇ ਨਿਕਲ ਜਾਣਾ, ਦੁਪਹਿਰੇ ਨੂੰ ਘੁੰਮ ਕੇ ਆ ਕੇ ਫਿਰ ਰੋਟੀ ਘਰੇ ਖਾ ਸਕਦਾ, ਵੀ ਇੱਕ ਚੱਕਰੇ ਰਾਉਂਡੇ ਲਾਉਣਾ ਉੱਪਰ ਨੂੰ। ਸੋ ਉਹ ਹੈ ਮੇਰੀ ਵੀ ਇਸ ਹਲਕੇ ਨੂੰ ਇੱਕ ਨਮੂਨੇ ਦਾ ਹਲਕਾ ਬਣਾਈਏ, ਪੂਰੇ ਪੰਜਾਬ 'ਚ ਨਹੀਂ ਪੂਰੇ ਭਾਰਤ 'ਚ ਗੱਲਾਂ ਹੋਣ ਵੀ ਯਾਰ ਵੀ ਮੋਹਾਲੀ ਹਲਕਾ ਜਿਹੜਾ ਵੀ ਬੜਾ ਵਧੀਆ ਹਲਕਾ ਬਣਿਆ। ਜਿਸ ਤਰ੍ਹਾਂ ਮੈਂ ਬਤੌਰ ਸਰਪੰਚ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਸੀਗਾ ਉਸ ਸਮੇਂ, ਵੀ ਉਸ ਤੋਂ ਬਾਅਦ ਦੇਖੋ ਹੁਣ ਕਾਰਪੋਰੇਸ਼ਨ 'ਚ ਜਾਣ ਕਾਰਨ ਪਿਛਲੇ 5 ਸਾਲ ਕੰਮ ਨਹੀਂ ਹੋਇਆ। ਇੱਥੇ ਟੋਬਿਆਂ ਦਾ ਬਹੁਤ ਮਾੜਾ ਹਾਲ ਹੈ ਸਾਡੇ ਪਿੰਡ 'ਚ। ਚਲੋ ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਕੱਲ੍ਹ ਨੂੰ ਇਹ ਵੀ ਕਹਿਣਗੇ ਵੀ ਇਹ ਕੰਮ ਰਹਿ ਗਿਆ ਸੀਗਾ, ਉਹ ਕੰਮ ਰਹਿ ਗਏ। ਉਸ ਸਮੇਂ ਦਾ ਨਾਲ ਸਰਕਾਰ ਚੇਂਜ ਹੋਊਗੀ, ਪਰ ਹੁਣ ਪਰਮਾਤਮਾ ਦੀ ਕਿਰਪਾ ਹੋਣੀ ਹੈ, ਸਾਰੇ ਕੰਮ ਐਨ ਇੱਕ ਵਧੀਆ ਤਰੀਕੇ ਨਾਲ। ਕੱਲਾ ਕੰਮ ਇਹ ਨਹੀਂ ਹੈ ਵੀ ਅੱਜ ਇੱਕ ਗਲੀ ਬਣਾਤੀ ਦੂਜੀ ਪੱਟ ਲਈ। ਪਹਿਲਾਂ ਉਹਨਾਂ ਦਾ ਮੈਪ ਪਲਾਨ ਤਿਆਰ ਕਰਾਂਗੇ ਸਾਰੇ ਪਿੰਡਾਂ ਦਾ, ਵੀ ਕਿਹੜੇ ਪਿੰਡ 'ਚ ਕਿੰਨੀ ਵਸੋਂ ਹੈ, ਕਿੰਨੀ ਉਹਦੇ 'ਚ ਵਾਟਰ ਸਪਲਾਈ ਦੀ ਲੋੜ ਹੈ। ਕਿਉਂ? ਸੀਵਰੇਜ ਇੱਦਾਂ ਨਹੀਂ ਪੈਣੀ, ਪਹਿਲਾਂ ਵਾਟਰ ਸਪਲਾਈ ਦਾ ਪ੍ਰਬੰਧ ਕਰਨਾ ਪੈਣਾ। ਸੋ ਇਹ ਸਾਰੀਆਂ
ਹਾਂ, ਇਹਨੂੰ ਨਮੂਨੇ ਦਾ ਹਲਕਾ ਬਣਾਉਣ ਦੀ ਮੇਰੀ ਦਿਲ ਇੱਛਾ। ਲੋਕ ਯਕੀਨ ਕਰਨਗੇ, ਅਖੀਰਲਾ ਸਵਾਲ ਆ, ਲੋਕ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਭਾਵੇਂ ਪੁਆਧੀ ਦੀ ਹੋਵੇ ਜਾਂ ਜਿੰਨੀਆਂ ਵੀ ਗੱਲਾਂ, ਲੋਕ ਪਰਵਿੰਦਰ ਸਿੰਘ ਸੁਹਾਣਾ ਤੇ ਯਕੀਨ ਕਰਨਗੇ? ਲੱਗਦਾ ਤੁਹਾਨੂੰ ਜਿੱਦਾਂ ਵਿਚਰ ਰਹੇ ਹੋ ਲੋਕਾਂ ਦੇ ਵਿੱਚ? ਬਿਲਕੁਲ ਕਰਨਗੇ ਜੀ, ਕਿਉਂ ਨਹੀਂ ਕਰਨਗੇ? ਕਿਉਂਕਿ ਮੈਂ ਉਹੀ ਗੱਲ ਕਹਿ ਰਿਹਾ ਜਿਹੜੀ ਮੈਂ ਪੂਰੀ ਕਰ ਸਕਦਾ। ਬਾਦਲ ਸਾਹਿਬ ਨੇ ਨਾ ਕਦੇ ਫਾਰਮ ਭਰਾਏ, ਨਾ ਕਦੇ ਝੂਠ ਬੋਲਿਆ। ਉਹਨਾਂ ਨੇ ਇਹੀ ਕਿਹਾ ਵੀ ਜਿਹੜਾ ਕੰਮ ਕਰਨਾ, ਹੁਣ ਦੇਖੋ ਬਿਜਲੀ ਮਾਫ ਕੀਤੀ ਜ਼ਿਮੀਂਦਾਰਾਂ ਨੂੰ, ਕੋਈ ਫਾਰਮ ਨਹੀਂ ਭਰਾਇਆ ਸੀ ਉਸ ਟਾਈਮ। ਨੀਲੇ ਕਾਰਡ 4 ਰੁਪਏ ਕਿਲੋ ਆਟਾ, 20 ਰੁਪਏ ਕਿਲੋ ਦਾਲ ਸ਼ੁਰੂ ਕੀਤੀ, ਕੋਈ ਕਾਰਡ ਨਹੀਂ, ਉਹ ਨਹੀਂ, ਫਾਰਮ ਨਹੀਂ ਭਰਾਇਆ ਕਿਸੇ ਤੋਂ, ਠੀਕ ਹੈ ਨਾ। ਇਹ ਅੱਜ ਪਹਿਲੇ ਹੀ ਫਾਰਮ ਭਰ ਕੇ ਥੱਬੇ ਐਡੇ ਐਡੇ ਇਕੱਠੇ ਕਰ ਲਏ, ਉੱਤੋਂ ਫਿਰ ਨੰਬਰ ਚੱਕ ਚੱਕ ਕੇ ਉਹਨਾਂ ਨੂੰ ਕਾਲਾਂ ਕਰੀ ਜਾਂਦੇ ਆ ਉਹਨਾਂ ਨੂੰ। ਉਹ ਯਾਨੀ ਕਿ ਇੱਕ ਦੂਜੀ ਇਹ ਕਿ ਸਾਡੇ ਨਾ ਇੱਥੇ ਬਸੋ ਬਹੁਤ ਹੋ ਗਈ। EWS ਸਕੀਮ 'ਚ ਨਾ ਕਰੋੜਾਂ ਰੁਪਈਆ ਪਿਆ, ਜਿਹੜਾ ਬਿਲਡਰਾਂ ਨੇ 10% ਹਿੱਸਾ ਹੁੰਦਾ। ਜੇ ਕੋਈ ਕਲੋਨੀ ਕੱਢਦਾ, ਹੋਰ ਕਰਦਾ, ਉਹ ਜਿਹੜਾ 10% ਹਿੱਸਾ ਉਹ ਵੀ ਆਪ ਰੱਖੀ ਬੈਠੇ ਆ, ਉਹ ਗਰੀਬ ਜਨਤਾ 'ਚ ਦੇਣਾ ਹੁੰਦਾ, ਉਹ ਵੀ ਇਹਨਾਂ ਤੋਂ ਲੈਣਾ। ਉਹ ਹੁਣ ਬਿਲਡਰ ਨਹੀਂ ਲੈ ਸਕਦੇ, ਉਹ ਅਸੀਂ ਲਵਾਂਗੇ। ਇੱਕ ਆਮ ਸਧਾਰਨ ਜ਼ਿਮੀਂਦਾਰ ਦਾ ਪੁੱਤ ਲਊ ਇਹਨਾਂ ਤੋਂ ਵੀ ਦਿਓ ਗਰੀਬਾਂ ਨੂੰ ਸਾਰੇ 10% ਜਿਹੜਾ ਤੁਸੀਂ ਨੱਪੀ ਬੈਠੇ ਹੋ, ਉਹ ਵੀ ਇਹਨਾਂ ਤੋਂ ਲੈਣਾ। ਬਹੁਤ ਬਹੁਤ ਧੰਨਵਾਦ ਪਰਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ। ਸੋ ਪਰਵਿੰਦਰ ਸਿੰਘ ਸੁਹਾਣਾ ਨੇ ਪੁਆਧੀਆਂ ਦੇ ਨਾਲ ਕਹਿੰਦੇ ਕਿ ਲੰਬੇ ਸਮੇਂ ਤੋਂ ਜੁੜਿਆ ਰਿਹਾ ਔਰ ਇੱਥੇ ਹੀ ਇੱਥੋਂ ਦੇ ਜੰਮਪਲ ਨੇ। ਪੁਆਧੀ ਬੋਲੀ ਵਾਸਤੇ ਕੰਮ ਕਰਨਗੇ, ਇੱਥੋਂ ਦੇ ਲੋਕਾਂ ਵਾਸਤੇ ਕਹਿੰਦੇ ਕੰਮ ਕਰਨਾ, ਤੇ ਨਾਲ ਹੀ ਕੌਨਫੀਡੈਂਟ ਨੇ, ਕਹਿੰਦੇ ਕਿ ਜਿੱਤਦੇ ਆ ਤਾਂ ਬਹੁਤ ਸਾਰੇ ਕੰਮ ਜਿਹੜੇ ਰੁਕੇ ਪਏ ਆ ਉਹ ਕਰਨੇ, ਤੇ ਨਾਲ ਹੀ ਕਹਿ ਰਹੇ ਆ ਕਿ ਮੁਕਾਬਲਾ ਜਿਹੜਾ ਉਹ ਵੱਡੇ ਘਰਾਣਿਆਂ ਦੇ ਮੁੰਡਿਆਂ ਦੇ